ਗੁਰੂ ਅਸੀਂ ਅਰਦਾਸ ਕਰਦੇ ਹਾਂ, ਖਾਲਸੇ ਨੂੰ ਕਹਿੰਦੇ ਆ ਨਿਉਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ। ਜੇ ਨਿਉਟਿਆਂ ਦੀ ਓਟ ਕਰਨੀ ਆ, ਨਿਆਸਰਿਆਂ ਦਾ ਆਸਰਾ ਬਣਨਾ, ਤਾਂ ਤੁਸੀਂ ਮਾਲਾ ਫੇਰ ਕੇ ਤੱਕ ਬਣ ਨਹੀਂ ਸਕਦੇ। और जथेदार साहब ने जे ये गल आखी है, मनु ਇਹਦੇ ਚ कोई गलत चीज नहीं नजर आती। मैं दिल्ली शहर च बैठा वा, एडे सालों तो 1984 की लड़ाई लड़ रहे हैं, असी कानून के सिस्टम नाल ही लड़ रहे हैं ना। ਜਿਹੜਾ ਖੰਡੇ ਕੀ ਪਹੁ ਲੈਂਦਾ ਉਹਨੂੰ ਖੰਡੇ ਕੀ ਪਹੁ ਲੈਣ ਤੋਂ ਪਹਿਲਾਂ ਕੋਈ ਸਿਖਲਾਈ ਟ੍ਰੇਨਿੰਗ, ਗੁਰਬਾਣੀ ਦੀ ਸਿੱਖਿਆ, ਸਮਾਜ ਨਾਲ ਵਿਚਰਨ ਦੀ ਸਿੱਖਿਆ, ਹਥਿਆਰ ਰੱਖਣ ਦੀ ਸਿੱਖਿਆ, ਫੌਜ ਦਾ ਅੰਗ ਬਣਨ ਦੀ ਸਿੱਖਿਆ, ਅੱਜ ਤੱਕ ਕੋਈ ਸਿੱਖਿਆ ਕਿਸੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਹੋਰ ਕਿਸੇ ਜਥੇਬੰਦੀ ਵੱਲੋਂ ਇਹੋ ਜਿਹੀ ਕੋਈ ਸਿੱਖਿਆ ਨਹੀਂ ਹੈ। ਤੇ ਜਦੋਂ ਉਹਨਾਂ ਤੇ ਇੱਕ ਮੁਸੀਬਤ ਆਉਂਦੀ ਹੈ, ਉਦੋਂ ਹਰੇਕ ਕਹਿੰਦਾ ਸਾਡੇ ਧਰਮ ਨੂੰ ਖਤਰਾ ਪੈ ਗਿਆ, ਮੇਰੀ ਪੱਗ ਲਾਤੀ, ਮੇਰੀ ਕਿਰਪਾਨ ਨੂੰ ਹੱਥ ਪਾ ਲਿਆ। ਉਹ ਭਾਈ ਜਦੋਂ ਲੜਾਈ ਹੁੰਦੀ ਹੈ ਤੇ ਲੜਾਈ ਦੇ ਵਿੱਚ ਪੱਗ ਨੂੰ ਵੀ ਕਿਰਪਾਨ ਨੂੰ ਵੀ, ਉਦੋਂ ਫਿਰ ਤੁਸੀਂ ਧਰਮ ਦਾ ਸ਼ੋਰ ਨਾ ਪਾਓ ਕਿ ਸਾਡੇ ਧਰਮ ਨੂੰ ਹੱਥ ਪਾ ਲਿਆ। ਕਹਿ ਤਾਂ ਰਹੇ ਨੇ ਸਾਡੇ ਲੀਡਰ ਕਿ ਸਾਨੂੰ ਕਿਰਪਾਨ ਗੁਰੂ ਨੇ ਪਵਾਈ ਹੈ, ਤੇ ਫਿਰ ਦੂਜੀਆਂ ਜਿਹੜੇ ਬੰਦੂਕਾਂ ਨੇ, ਆਟੋਮੈਟਿਕ ਮਸ਼ੀਨ ਗੰਨਾਂ ਨੇ, ਇਹ ਸਾਰੀਆਂ ਨਾਲ ਕਿਉਂ ਚੁੱਕੀ ਫਿਰਦੇ ਨੇ? ਇਹਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਪੈਂਦੀ ਹੈ ਤੇ ਸਰਕਾਰ ਨੂੰ ਧੱਕਾ ਕਰਨ ਦਾ ਮੌਕਾ ਮਿਲਦਾ ਹੈ। इंदिरा गांधी अरेस्ट होती है 1978 जदों जनता राज आ जाता है। अरेस्ट होती है, दो भरा पांडे ब्रदर्स प्लेन हाईजैक करते हैं लखनऊ। जदों 80 च राज बनता है ते उदों एक पांडे ब्रदर नूं MP बना के दिल्ली च सेंटर च लै आंदे ते दूजा पांडे ब्रदर जिहड़ा सी ओह यूपी दी वजारत दे विच उसनूं मिनिस्टर बना दिता जाता है। MLA दी इलैक्शन की टिकट दे के जितदा है। ਦੂਜੇ ਹੋਰ ਮੁਲਕਾਂ ਦੇ ਵਿੱਚ ਜਿਹੜੀਆਂ ਬੜੀਆਂ ਆਪਣੇ ਆਪ ਨੂੰ ਕਹਿੰਦੀਆਂ ਅਸੀਂ ਐਡਵਾਂਸ ਡੈਮੋਕ੍ਰੇਸੀਜ਼ ਆ, ਉਹ ਮੈਜੋਰੀਟੇਰੀਅਨਿਜ਼ਮ ਹੈ। ਮੈਜੋਰੀਟੇਰੀਅਨਿਜ਼ਮ ਦੇ ਵਿੱਚ ਜਿਹੜੀਆਂ ਮਿਨੋਰਟੀਜ਼ ਆ ਉਹ ਕ੍ਰਸ਼ ਹੋ ਰਹੀਆਂ। ਬੜੀ ਦੁੱਖ ਵਾਲੀ ਗੱਲ ਆ ਕਿ ਅੱਜ ਵੀ ਉਹ ਵਿਧਵਾ ਕਲੋਨੀਜ਼ ਐਗਜ਼ਿਸਟ ਕਰਦੀਆਂ ਦਿੱਲੀ ਦੇ ਵਿੱਚ। ਤੋਂ ਇਸੇ ਤਰੀਕੇ ਦੇ ਨਾਲ ਜੋ ਕਾਲਿਆਂ ਨਾਲ ਕਤਲੋਗਾਰਤ ਹੋ ਰਿਹਾ ਅਮਰੀਕਾ ਦੇ ਵਿੱਚ, ਕਿਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਆ। ਇਹ ਟੂ ਦੀ ਕਿਹੜੀ ਗੱਲ ਕਰਵਾਓ? ਇਹ ਤਾਂ ਲੰਮੀ ਕਹਾਣੀ, ਇਤਿਹਾਸ ਦੀ ਐਡੀ ਲੰਬੀ ਕੌਣ ਸੁਣੇ ਬੈਠ ਕੇ ਕਹਾਣੀ ਇਹਨਾਂ ਦੀ। ਚਲੋ ਤੁਸੀਂ, ਮੈਂ ਚੁੱਪ ਕਰ ਜਾਣਾ, ਤੁਸੀਂ ਸੁਣਾ ਲਓ ਆਪਣੀ ਕਹਾਣੀ। ਇਹਨਾਂ ਨੂੰ ਇਹ ਵੀ ਬੋਲਣ ਦਾ ਪਤਾ ਨਹੀਂ, ਇਹ ਪਤਾ ਨਹੀਂ ਕੌਣ ਹੈ ਇੰਦਰ ਸਿੰਘ ਅੱਗਾ, ਕਿੱਥੋਂ ਪ੍ਰੋਫੈਸਰ ਬਣ ਗਿਆ। ਇਹ ਗੱਲਾਂ ਨੇ ਕਿਉਂ ਕਰਨ ਵਾਲੀਆਂ? ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਪ੍ਰੋਫੈਸਰ ਚੁਣਿਆ ਤੇ ਕਾਲਜਾਂ ਦੇ ਵਿੱਚ ਮੈਂ 25 ਸਾਲ ਤੱਕ ਲਗਾਤਾਰ ਪੜ੍ਹਾਉਂਦਾ ਰਿਹਾ। ਇੱਥੇ ਇਹ ਗੱਲ ਛੇੜਨ ਦੀ ਕੀ ਲੋੜ ਪਈ ਸੀ? ਦਿੱਲੀ ਦੇ ਵਿੱਚ ਕੇ ਹਟੇ ਨੇ, ਵਿਧਵਾ ਕਲੋਨੀ ਬਣੀ ਹੋਈ ਹੈ ਤੇ ਤੁਸੀਂ ਹਥਿਆਰ ਚਕਵਾ ਕੇ ਮੁੰਡਿਆਂ ਨੂੰ ਹੋਰ ਵਿਧਵਾ ਕਲੋਨੀਆਂ ਬਣਾਉਣੀਆਂ ਚਾਹੁੰਦੇ ਹੋ। ਇਹ ਕੋਰਾ ਝੂਠ ਹੈ ਕਿ ਸਿੱਖਾਂ ਨਾਲ ਧੱਕਾ ਹੋ ਰਿਹਾ, ਜਾਤੀ ਹੋ ਰਹੀ ਹੈ। ਇੱਕ ਅੱਧਾ ਬੰਦਾ ਜੇ ਕਿਤੇ ਕੋਈ ਮਾਰਿਆ ਗਿਆ ਤਾਂ ਉਹ ਸਾਰੇ ਸਿੱਖਾਂ ਨੂੰ ਨਹੀਂ ਮਾਰ ਰਹੇ। ਇਹ ਨੌਜਵਾਨ ਮੁੰਡਿਆਂ ਨੂੰ ਜਿਹੜੇ ਅਣਜਾਣ ਨੇ ਉਹਨਾਂ ਨੂੰ ਹਥਿਆਰ ਚੱਕਣ ਵਾਸਤੇ ਉਤੇਜਿਤ ਕਰ ਰਹੇ ਨੇ। ਯਾਦ ਰੱਖਣ ਕਿ ਹੋਰ ਇੱਕ ਨਵਾਂ ਜਿਹੜਾ ਘੱਲੂਘਾਰਾ ਇੱਥੇ ਬਣਾਉਣ ਦਾ ਰਾਹ ਪੱਧਰਾ ਨਾ ਕਰਨ। ਵਿਦਵਾਨਾਂ ਦਾ ਇਹ ਕੰਮ ਨਹੀਂ ਹੁੰਦਾ ਜਿਹੜੇ ਢਿੱਲੋਂ ਜੀ ਕਰ ਰਹੇ ਨੇ। ਸਰਦਾਰ ਜੀ ਨੇ ਸ਼ਾਇਦ ਕਨਸਟੀਟਿਊਸ਼ਨ ਦੇਖਿਆ ਵੀ ਨਹੀਂ ਹੈਗਾ, ਔਰ ਉਹਨਾਂ ਨੂੰ ਪਤਾ ਨਹੀਂ ਰੇਡੀਓ ਤੇ ਦੁਨੀਆ ਦੇ ਇਤਿਹਾਸ, ਪੰਜਾਬ ਦੇ ਪਾਣੀਆਂ ਦਾ ਇਸ਼ੂ ਸੁਪਰੀਮ ਕੋਰਟ ਚੋਂ ਕਿਹਨੇ ਵਿਡਰਾ ਕੀਤਾ ਸੀ? ਘੱਗਾ ਜੀ ਦੱਸੋ। ਦੇ ਕਦੇ ਪੜਿਆ ਕੋਈ ਗੱਲ ਬਸ ਨਹੀਂ ਜਾਂਦੇ, ਉਸਦਾ ਤਾਂ ਕੋਈ ਫਾਇਦਾ ਨਹੀਂ ਹੈ। ਜਿਹੜੀ ਤੁਸੀਂ ਖੇ ਉਡਾਈ ਹੈ, ਮੈਂ ਚੰਗੀ ਤਰ੍ਹਾਂ ਪੜ੍ਹੀ ਹੋਈ ਹੈ। ਆ ਜਿਹੜਾ ਅੱਜ ਬੋਲ ਰਹੇ ਹੋ ਅੰਗਰੇਜ਼ੀ ਤੋਂ ਵੀ ਨਹੀਂ ਪੜ੍ਹ ਸਕਦਾ, ਐਵੇਂ ਬਕਬਕ ਕਰੀ ਜਾਂਦਾ। ਤੂੰ ਆਪਣੀ ਦਾੜੀ ਰੰਗੀ ਫਿਰਦਾ ਤੇ ਦਾੜੀ ਬੰਨੀ ਫਿਰਦਾ, ਕਿਰਪਾਨ ਤੂੰ ਨਹੀਂ ਪਾਈ ਤੇ ਕਿਰਪਾਨ ਦੀ ਹਮਾਇਤ ਆ ਜਾਣਾ। ਮੈਨੂੰ ਪਤਾ ਚੰਗੀ ਤਰ੍ਹਾਂ ਤੇਰਾ। ਮਰਿਆਦਾ ਬਣਾ ਕੇ ਰੱਖੀਏ ਆਪਾਂ, ਇਸ ਤਰੀਕੇ ਦਾ ਸੱਭਿਅਕ ਸ਼ਬਦਾਂ ਦਾ ਇਸਤੇਮਾਲ ਨਾ ਕਰੀਏ। ਪਹਿਲੀ ਗੱਲ ਤਾਂ ਇਹ ਹੈ ਜੀ, ਪਾਣੀ ਜੇ ਉਧਰ ਹਿਮਾਚਲ ਪ੍ਰਦੇਸ਼ ਆਪਣਾ ਪਾਣੀ ਬੰਨ ਲਾ ਕੇ ਕਿਸੇ ਹੋਰ ਪਾਸੇ ਦੀ ਕੱਢ ਦੇਵੇ, ਫਿਰ ਪੰਜਾਬ ਵਾਲੇ ਕੀ ਕਰਨਗੇ? ਇਹ ਕੱਲਾ ਦਰਿਆਵਾਂ ਦਾ ਪਾਣੀ ਰੋਕ ਕੇ ਪੰਜਾਬ ਦੀ ਹੀ ਬੱਲੇ ਬੱਲੇ ਨਹੀਂ ਸੀ ਹੋਣੀ, ਬਲਕਿ ਨੇੜੇ ਦੇ ਹੋਰ ਸੂਬਿਆਂ ਦੇ ਵਿੱਚ ਵੀ ਪਾਣੀ ਜਾਣਾ ਸੀ। ਇੱਧਰ ਤਾਂ ਕੋਈ ਧਿਆਨ ਦੇਣ ਨੂੰ ਤਿਆਰ ਨਹੀਂ, ਨਾ ਸਰਕਾਰ ਤੇ ਨਾ ਸਾਡੇ ਅਖੌਤੀ ਜਿਹੜੇ ਵਿਦਵਾਨ ਅਖਵਾਉਂਦੇ ਨੇ ਆਪਣੇ ਆਪ ਨੂੰ, ਨਾ ਉਹ ਬੋਲਦੇ ਨੇ।
ਇਹ ਵੈਸੇ ਹੀ ਉਧੜ ਗੁਰਦੜੀਆਂ ਛੋਟੀ ਮੋਟੀ ਜੀ ਗੱਲ ਜੀ, ਪੰਜਾਬੀ ਦੀਆਂ 2-4 ਕਿਤਾਬਾਂ ਪੜ੍ਹ ਕੇ ਆਪਣੇ ਆਪ ਨੂੰ ਪ੍ਰੋਫੈਸਰ ਕਹਿੰਦੇ ਆ, ਕਹੀ ਨਾਲ ਮੈਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦੀ। ਪਾਣੀਆਂ ਦਾ ਇੱਕ ਟੈਕਨੀਕਲ ਇਸ਼ੂ ਹੈ, ਪਾਣੀ ਦਾ ਇੱਕ ਟੈਕਨੀਕਲ ਇਸ਼ੂ ਹੈ ਜਿਸ ਨੂੰ ਸਮਝਣ ਲਈ 10-15 ਸਾਲ ਲੱਗਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਮੈਂ ਨਵਜੋਤ ਸਿੰਘ ਢਾਲੀਵਾਲ ਦੀ ਸਪੋਕਸਮੈਨ ਡਿਬੇਟ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਜਿਸ ਵਿਸ਼ੇ ਤੇ ਚਰਚਾ ਮੁਨੱਕਦ ਕਰਨ ਦਾ ਮਨ ਬਣਾਇਆ, ਜਥੇਦਾਰ ਸਾਹਿਬ ਕੌਮ ਦੇ ਸਿਰਮੌਰ ਆਗੂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਜੋ ਸੰਦੇਸ਼ ਜਾਰੀ ਕੀਤਾ ਗਿਆ, ਕੌਮ ਦੇ ਨਾਮ ਜਿਹੜਾ ਸੰਦੇਸ਼ ਜਾਰੀ ਹੋਇਆ, ਉਸ ਅੰਦਰ ਤਲਵਾਰ ਰੱਖਣ ਦੀ ਜਿਹੜੀ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਹੈ ਕਿ ਖਾਲਸੇ ਦਾ ਜਿਹੜਾ ਸਾਜਨਾ ਦਿਵਸ ਹੈ, ਇਸ ਮੌਕੇ ਤੇ ਗੁਰੂ ਸਾਹਿਬ ਨੇ ਸਾਨੂੰ ਹਰ ਸਿੱਖ ਨੂੰ ਘਰੇ ਤਲਵਾਰ ਰੱਖਣ ਦੀ ਗੱਲ ਕਹੀ ਸੀ, ਪਰ ਅਸੀਂ ਜਿਹੜਾ ਹੈ ਉਸ ਰਾਹ ਤੋਂ ਮਾਰਗ ਤੋਂ ਭਟਕਦੇ ਜਾ ਰਹੇ ਹਾਂ, ਦੂਰ ਹੁੰਦੇ ਜਾ ਰਹੇ ਹਾਂ। ਸੋ ਉਸ ਨੂੰ ਲੈ ਕੇ ਇੱਕ ਜਿਹੜੀ ਚਰਚਾ ਕਰਾਂਗੇ ਕਿ ਅੱਜ ਦੇ ਇਸ ਯੁੱਗ ਦੇ ਅੰਦਰ ਉਸ ਸਿਧਾਂਤ ਦੀ, ਉਸ ਬਖਸ਼ਿਸ਼ ਦੀ ਕਿੰਨੀ ਇੰਪੋਰਟੈਂਸ ਹੈ, ਕਿੰਨੀ ਮਹੱਤਤਾ ਹੈ, ਕਿ ਵਾਕਿਆ ਹੀ ਸਿੱਖ ਦੇ ਉੱਤੇ ਅਮਲ ਕਰਦੇ ਆ ਜਾਂ ਨਹੀਂ ਕਰਦੇ। ਜੇ ਨਹੀਂ ਕਰਦੇ ਤਾਂ ਉਹਨਾਂ ਦੀ ਸੋਚ ਕੀ ਹੈ, ਕਿਉਂ ਨਹੀਂ ਕਰਦੇ, ਔਰ ਜਿਹੜੇ ਰੱਖਦੇ ਆ ਔਰ ਉਸ ਨੂੰ ਇੱਕ ਵੈਪਨ ਦੇ ਤੌਰ ਤੇ ਦੇਖਿਆ ਜਾਂਦਾ ਹੈ। ਸ਼ਸਤਰ ਤੇ ਇੱਕ ਅਸਲੇ ਦੇ ਵਿੱਚ ਇਹਦਾ ਫਰਕ ਕਿਵੇਂ ਜਿਹੜਾ ਹੈ ਉਹ ਅਸੀਂ ਸਮਝਾਂਗੇ, ਕਿਵੇਂ ਜਿਹੜੀ ਹੈ ਅਸੀਂ ਅਦਰ ਕਮਿਊਨਿਟੀਜ਼ ਨੂੰ ਡਿਫਾਈਨ ਕਰ ਸਕਾਂਗੇ। ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਇਸ ਵਿਸ਼ੇ ਦੇ ਉੱਤੇ ਕਈ ਮਹਾਨ ਸ਼ਖਸੀਅਤਾਂ ਸਾਡੇ ਨਾਲ ਜਿਹੜੀਆਂ ਉਹ ਜੁੜਨਗੀਆਂ, ਪਰ ਉਸ ਤੋਂ ਪਹਿਲਾਂ ਜੋ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਗਿਆ, ਉਸ ਅੰਦਰ ਜਥੇਦਾਰ ਸਾਹਿਬ ਨੇ ਕੀ ਕਿਹਾ, ਇੱਕ ਵਾਰ ਹੂਬਹੂ ਵਰਤ ਤੁਹਾਨੂੰ ਗੱਲ ਸੁਣਾਉਂਦੇ ਹਾਂ। ਸਿੱਖਾਂ ਦੇ ਉੱਤੇ ਇਸ ਕਰਕੇ ਜਿਹੜਾ ਹੈ ਉਹ ਆਰਮਸ ਐਕਟ ਅਧੀਨ ਪਰਚੇ ਦਰਜ ਕਰ ਦਿੱਤੇ ਗਏ ਕਿ ਉਹਨਾਂ ਦੇ ਘਰੋਂ ਸ੍ਰੀ ਸਾਹਿਬ ਕਿਰਪਾਨਾਂ ਜਿਹੜੀਆਂ ਨੇ ਕੁਝ ਪ੍ਰਾਪਤ ਹੋਈਆਂ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਕਕਾਰ ਵਜੋਂ ਜੇ ਜਬਰ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਇਹ ਸਾਨੂੰ ਕਿਰਪਾਨ ਦਿੱਤੀ ਹੈ ਤੇ ਇਹਦਾ ਸਤਿਕਾਰ ਕਰਨਾ ਵੀ ਸਾਡਾ ਫਰਜ਼ ਹੈ। ਇਹਦਾ ਸਤਿਕਾਰ ਕਰਨਾ, ਇਹਦਾ ਅਦਬ ਕਰਨਾ ਜਿਹੜਾ ਹੈ ਉਹ ਸਾਡਾ ਫਰਜ਼ ਹੈ। ਔਰ ਇਸ ਦੇ ਉੱਤੇ ਕੁਝ ਪੋਲੀਟੀਕਲ ਰਿਐਕਸ਼ਨਸ ਆਏ ਆ, ਉਹਨਾਂ ਦੇ ਉੱਤੇ ਵੀ ਨਜ਼ਰ ਮਾਰ ਲੈਣੇ, ਉਸ ਤੋਂ ਬਾਅਦ ਫਿਰ ਚਰਚਾ ਨੂੰ ਸ਼ੁਰੂ ਕਰਾਂਗੇ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਪੰਜਾਬ ਦੇ ਅੰਦਰ ਕੋਈ ਬਦਅਮਨੀ ਨਹੀਂ, ਕਿਸੇ ਨਾਲ ਕੋਈ ਧੱਕਾ ਨਹੀਂ ਹੋ ਰਿਹਾ। ਮੈਂ ਇਹ ਸਮਝਦਾ ਕਿ ਜਥੇਦਾਰ ਸਾਹਿਬ ਦਾ ਬਿਆਨ ਜਿਹੜਾ ਉਹ ਸਵਾਗਤਯੋਗ ਆ। ਔਰ ਜਿਹੜੇ ਲੋਕ ਇਹ ਕਹਿੰਦੇ ਆ ਕਿ ਪੰਜਾਬ ਨਾਲ ਧੱਕਾ ਹੋ ਰਿਹਾ, ਸਿੱਖਾਂ ਨਾਲ ਧੱਕਾ ਹੋ ਰਿਹਾ, ਮੈਂ ਸਮਝਦਾ ਉਹ ਬੜੀ ਬੇਈਮਾਨੀ ਵਾਲੇ ਬਿਆਨ ਨੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਆਪਣਾ ਪੱਖ ਇਸ ਦੇ ਉੱਤੇ ਰੱਖਿਆ, ਉਹ ਕੀ ਕਹਿ ਰਿਹਾ ਉਹ ਵੀ ਗੌਰ ਨਾਲ ਸੁਣਦੇ ਹਾਂ। ਪੰਜਾਬ ਦੇ ਕੋਨੇ-ਕੋਨੇ 'ਚ ਵਿਚਰਦੇ ਆ, ਕੋਈ ਸਾਨੂੰ ਦੇਖਦਾ ਕਿਸੇ ਪਾਸੇ ਕੋਈ ਗੜਬੜਿਆ, ਕਿਸੇ ਪਾਸੇ ਕੋਈ ਹੈਗਾ ਇਹੋ ਜਿਹਾ ਮਾਹੌਲ ਜਿਹਦਾ ਆਪਾਂ ਸਿਰਜਿਆ ਜਾ ਰਹੇ ਹਾਂ। ਪਰ ਮੈਂ ਸਮਝਦਾ ਵੀ ਇਹ ਰਾਜਨੀਤੀ ਸੇਕਣ ਨੂੰ, ਕਿਉਂਕਿ ਮੋਹਰੇ ਪਾਰਲੀਮੈਂਟ ਦੀ ਇਲੈਕਸ਼ਨ ਆ ਰਹੀ ਆ, ਮੈਂ ਤਾਂ ਸਿੱਧੇ ਲਫ਼ਜ਼ਾਂ 'ਚ ਕਹਿਣਾ ਚਾਹੁੰਦਾ ਵੀ ਇਹ ਰਾਜਨੀਤੀ ਦਾ ਸਾਰੇ ਪੰਜਾਬ ਦਾ ਇੱਕ ਆਕਸ ਧੁੰਦਲਾ ਕਰਕੇ ਸਾਰੇ ਇੰਡੀਆ ਦੀ ਰਾਜਨੀਤੀ ਤੇ ਕਬਜ਼ਾ ਕਰਨੀ ਹੈ, ਇੱਕ ਵਿਉਂਤਬੰਦੀ ਕੀਤੀ ਗਈ ਆ। ਔਰ ਇਸ ਚਰਚਾ ਦੇ ਵਿੱਚ ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰੂਫ ਕਰਵਾਉਂਦੇ ਹੋਏ ਉਹਨਾਂ ਦਾ ਇਸਤਕਬਾਲ ਕਰਾਂਗੇ। ਸਾਡੇ ਨਾਲ ਮਨਜੀਤ ਸਿੰਘ ਜੀ ਕੇ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਬਣਿਆ, ਤੁਹਾਡਾ ਜੀਓ ਆਇਆਂ ਨੂੰ ਹੈ ਜੀ। ਗੁਰਦਰਸ਼ਨ ਸਿੰਘ ਢਿੱਲੋਂ ਸਾਹਿਬ ਸਿੱਖ ਚਿੰਤਕ ਨੇ, ਤੁਹਾਡਾ ਵੀ ਨਿੱਘਾ ਸਵਾਗਤ, ਇਸਤਕਬਾਲ ਇਸ ਚਰਚਾ। ਢਿੱਲੋਂ ਸਾਹਿਬ ਸਵਾਲ ਵੀ ਮੈਂ ਪਹਿਲਾਂ ਤੁਹਾਡੇ ਤੋਂ ਕਰਨਾ ਚਾਹੁੰਦਾ। ਜਿਹੜੀ ਇਹ ਜਥੇਦਾਰ ਸਾਹਿਬ ਦੀ ਪਹਿਲਾਂ ਅਸਲਾ ਰੱਖਣ ਦਾ ਬਿਆਨ ਆਇਆ ਸੀ, ਉਸ ਤੋਂ ਬਾਅਦ ਹੁਣ ਉਹਨਾਂ ਨੇ ਤਲਵਾਰ ਰੱਖਣ ਦੀ ਗੱਲ ਕਹੀ ਹੈ ਕਿ ਹਰ ਸਿੱਖ ਨੂੰ ਤਲਵਾਰ ਰੱਖਣੀ ਚਾਹੀਦੀ ਹੈ। ਉਸ ਤੋਂ ਬਾਅਦ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ। ਸੋਸ਼ਲ ਮੀਡੀਆ ਤੇ ਇੱਕ ਵੱਖਰੀ ਟੀਮ ਜਿਹੜੀ ਹੈ ਇਸ ਨੂੰ ਟਰੋਲ ਕਰਨ ਲੱਗ ਪੈਂਦੀ ਹੈ। ਕੋਈ ਕਹਿੰਦਾ ਕਿ ਗਲਤ ਗੱਲ ਹੈ, ਇਹ ਗਲਤ ਰਾਹ ਤੇ ਚੱਲ ਰਹੇ ਆ, ਹਿੰਸਕ ਰੂਪ ਹੈ, ਖਾਲਸਾ ਕਦੇ ਹਿੰਸਕ ਨਹੀਂ ਸੀ। ਇਹਨੂੰ ਕਿਵੇਂ ਡਿਫਾਈਨ ਕੀਤਾ ਜਾਵੇ, ਕਿਵੇਂ ਸਮਝਾਇਆ ਜਾਵੇ ਕਿ ਇੱਕ ਸ਼ਸਤਰ ਤੇ ਇੱਕ ਅਸਲੇ ਦੇ ਵਿੱਚ, ਵੈਪਨ ਦੇ ਵਿੱਚ ਕੀ ਫਰਕ ਹੈ? ਆਪਣੀ ਜਿਹੜੀ ਲੈਂਗੁਏਜ ਹੈ ਨਾ ਉਸ ਵਿੱਚ ਕਰੈਕਟ ਕਰ ਲਓ, ਤਲਵਾਰ ਨਹੀਂ ਕਿਰਪਾਨ ਜੀ। ਗੁਰੂ ਨੇ ਕਿਰਪਾਨ ਇੱਕ ਇਨਸਿਗਨੀਆ ਦਿੱਤਾ 5 ਕਕਾਰਾਂ ਚ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਆ ਜੀ ਵਿਸਾਖੀ ਵਾਲੇ ਦਿਨ। ਤੋਂ ਇਸ ਨੂੰ ਅਸੀਂ ਤਲਵਾਰ ਨਹੀਂ ਕਹਿੰਦੇ, ਇਸ ਨੂੰ ਅਸੀਂ ਕਿਰਪਾਨ ਸਮਝਦੇ। ਕਿਉਂ ਕੀਤਾ ਇਹ, ਕੀ ਕਾਰਨ ਆ, ਕੀ ਰੀਜ਼ਨ ਆ? ਦੁਨੀਆ ਦੇ ਸਾਰੇ ਜਿੰਨੇ ਵੀ ਸਪਿਰਿਚੁਅਲ ਸਿਸਟਮ ਆ, ਧਾਰਮਿਕ ਸਿਸਟਮ ਆ, ਉਹਨਾਂ ਦਾ ਕੀ ਇਨਸਿਗਨੀਆ ਹੈ?
ਉਹਨਾਂ ਦਾ ਇਨਸਿਗਨੀਆ ਹੈ ਰੋਜ਼ਰੀ, ਜਿਸ ਨੂੰ ਅਸੀਂ ਮਾਲਾ ਕਹਿੰਦੇ ਆ। ਪਰ ਸਿੱਖ ਦਾ ਜਿਹੜਾ ਇਨਸਿਗਨੀਆ ਹੈ, ਖਾਲਸੇ ਦਾ ਜਿਹੜਾ ਇਨਸਿਗਨੀਆ ਹੈ, ਉਹ ਕਿਰਪਾਨ ਹੈ। ਕਿਰਪਾਨ ਇਸ ਕਰਕੇ ਹੈ ਕਿ ਉਸ ਨੂੰ ਮਾਲਾ ਪਾਉਣ ਵਾਲੇ ਬੰਦੇ ਆਪਣੇ ਪਰਸਨਲ ਸਾਲਵੇਸ਼ਨ ਦੇ ਲਈ ਜੰਗਲਾਂ ਵਿੱਚ ਚਲੇ ਜਾਂਦੇ ਆ। ਦੁਨੀਆ ਦੇ ਵਿੱਚ ਹੋ ਰਹੇ ਅਤਿਆਚਾਰ ਤੇ ਜ਼ੁਲਮੋ ਸਿਤਮ ਦੇ ਖਿਲਾਫ ਉਹ ਲੜਦੇ ਨਹੀਂ, ਉਹ ਆਪਣੀ ਪਰਸਨਲ ਸਾਲਵੇਸ਼ਨ ਦੇ ਲਈ ਜੰਗਲਾਂ ਦੇ ਵਿੱਚ, ਮੱਠਾਂ ਦੇ ਵਿੱਚ, ਪਹਾੜਾਂ ਵਿੱਚ ਜਾ ਕੇ ਲੁਕ ਜਾਂਦੇ ਆ, ਆਪਣੇ ਪਰਿਵਾਰਾਂ ਨੂੰ ਪਿੱਛੇ ਛੱਡ ਜਾਂਦੇ ਆ, ਭਗਵੇਂ ਕੱਪੜੇ ਪਾ ਲੈਂਦੇ ਆ। ਤੋ ਇਸ ਚੀਜ਼ ਨੂੰ ਰੋਕਣ ਲਈ ਗੁਰੂ 10ਵੇਂ ਪਾਤਸ਼ਾਹ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਤੇ ਆਧਾਰਿਤ ਖਾਲਸੇ ਦੀ ਸਿਰਜਣਾ ਕਰਕੇ ਉਸ ਨੂੰ ਕਿਰਪਾਨ ਪਵਾਈ ਆ, ਤਾਂ ਕਿ ਉਹ ਸਮਾਜ ਦੇ ਵਿੱਚ ਰਹਿੰਦਾ ਹੋਇਆ, ਜਿਹੜੇ ਸਮਾਜ ਦੇ ਵਿੱਚ ਲਤੜੇ ਹੋਏ ਸਮਾਜ ਦੇ ਨਾਲ ਰਾਤੀਆਂ ਹੋ ਰਹੀਆਂ, ਜ਼ੁਲਮ ਹੋ ਰਿਹਾ, ਸਿਤਮ ਹੋ ਰਿਹਾ, ਉਸ ਦੇ ਖਿਲਾਫ ਜੂਝੇ, ਉਸ ਦੇ ਖਿਲਾਫ ਸਟਰਗਲ ਕਰੇ, ਜਿਹੜਾ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਹੈ। ਤੋ ਇਸ ਕਰਕੇ ਗੁਰੂ ਅਸੀਂ ਅਰਦਾਸ ਕਰਦੇ ਹਾਂ, ਖਾਲਸੇ ਨੂੰ ਕਹਿੰਦੇ ਆ ਨਿਉਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ। ਜੇ ਨਿਉਟਿਆਂ ਦੀ ਓਟ ਕਰਨੀ ਆ, ਨਿਆਸਰਿਆਂ ਦਾ ਆਸਰਾ ਬਣਨਾ, ਤਾਂ ਤੁਸੀਂ ਮਾਲਾ ਫੇਰ ਕੇ ਤੱਕ ਬਣ ਨਹੀਂ ਸਕਦੇ। ਤੁਸੀਂ ਮਾਲਾ ਗਲ ਦੇ ਵਿੱਚ ਪਾ ਕੇ, ਭਗਵੇਂ ਕੱਪੜੇ ਪਾ ਕੇ, ਕਲਮੰਡਲ ਹੱਥ 'ਚ ਫੜ ਕੇ, ਮੰਗਤੇ ਬਣ ਕੇ ਤਾਂ ਕਰ ਨਹੀਂ ਸਕਦੇ। ਤੁਸੀਂ ਸਮਾਜ ਦੇ ਵਿੱਚ ਰਹਿ ਕੇ use of force for righteous causes, ਜਿਹੜੀ ਫੋਰਸ ਦੀ ਇਸਤੇਮਾਲ righteous causes ਦੇ ਲਈ ਕਰਨੀ ਆ, pious causes ਦੇ ਲਈ ਕਰਨੀ ਆ, ਕਿਸੇ ਨਿਹੱਥੇ ਦੀ, ਕਿਸੇ ਜਿਹੜਾ ਮਜ਼ਲੂਮ ਆ ਉਸ ਦੀ ਰੱਖਿਆ ਲਈ ਕਰਨੀ ਆ, ਜਾਇਜ਼ ਆ। ਤੋ ਇਸ ਕਰਕੇ ਇਹ ਜਿਹੜੀ ਗੱਲ ਕੀਤੀ ਗਈ ਆ, ਇਹ ਜਾਣ ਬੁੱਝ ਕੇ ਕੀਤੀ ਗਈ ਆ, ਸੋਚ ਸਮਝ ਕੇ ਕੀਤੀ ਗਈ ਆ। ਇਹ ਦੁਨੀਆ ਦੇ ਵਿੱਚ ਇੱਕ ਯੂਨੀਕ ਵਿਚਾਰਧਾਰਾ ਹੈ, ਜਿਹੜੀ ਦੂਸਰੇ ਸਾਰੇ ਧਰਮਾਂ ਦੇ ਵਿੱਚ, ਚਾਹੇ ਇਸਲਾਮ ਦੀ ਤੁਸੀਂ ਲੈ ਲਓ, ਜੂਡਾਇਜ਼ਮ ਦੀ ਤੁਸੀਂ ਲੈ ਲਓ, ਇਸੇ ਤਰੀਕੇ ਦੇ ਨਾਲ ਕ੍ਰਿਸਚੀਅਨਿਟੀ ਲੈ ਲਓ, ਹਿੰਦੂਇਜ਼ਮ ਲੈ ਲਓ, ਬੁੱਧਿਜ਼ਮ ਲੈ ਲਓ, ਜੈਨਿਜ਼ਮ, ਉਹ ਕੀ ਹੈ ਰਿਲੀਜੀਅਸ ਸਿੰਬਲ? ਉਹਦਾ ਸਪਿਰਿਚੁਅਲ ਸਿੰਬਲ ਹੈ ਮਾਲਾ, ਰੋਜ਼ਰੀ, ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਆ। ਪਰ ਸਾਡਾ ਜਿਹੜਾ ਸਪਿਰਿਚੁਅਲ ਸਿੰਬਲ ਰੋਜ਼ਰੀ ਨਹੀਂ ਹੈ, ਸਾਡਾ ਸਪਿਰਿਚੁਅਲ ਸਿੰਬਲ ਹੈ ਕਿਰਪਾਨ। ਠੀਕ ਹੈ। ਮੈਂ ਜੀਕੇ ਸਾਹਿਬ ਸਾਡੇ ਨਾਲ ਜੁੜੇ ਹੋਏ ਆ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਹੇ ਹੈ, ਇਸ ਵੇਲੇ ਜਾਗੋ ਪਾਰਟੀ ਦੇ ਪ੍ਰਧਾਨ ਨੇ ਔਰ ਲਗਾਤਾਰ ਕਾਰਜਸ਼ੀਲ ਰਹਿੰਦੇ ਆ ਪੰਥਕ ਕਾਰਜਾਂ ਦੇ ਵਿੱਚ। ਜੀਕੇ ਸਾਹਿਬ, ਢਿੱਲੋਂ ਸਾਹਿਬ ਨੇ ਮੈਨੂੰ ਦਰੁਸਤ ਕੀਤਾ, ਹਾਲਾਂਕਿ ਮੈਂ ਉਸ ਚੀਜ਼ ਤੋਂ ਵਾਕਿਫ ਸੀ, ਪਰ ਮੈਂ ਇਸ ਕਰਕੇ ਤਲਵਾਰ ਸ਼ਬਦ ਦਾ ਇਸਤੇਮਾਲ ਕੀਤਾ ਕਿਉਂਕਿ ਜਿਹੜੇ ਬੰਦੇ ਸਿੱਖ ਧਰਮ ਦੇ ਵਿੱਚ ਨੇ ਉਹ ਕਿਰਪਾਨ ਦਾ ਮਤਲਬ ਬਾਖੂਬੀ ਸਮਝਦੇ ਆ ਔਰ ਕਿਰਪਾਨ ਤੇ ਸ੍ਰੀ ਸਾਹਿਬ ਦਾ ਫਰਕ ਨੂੰ ਵੀ ਬਾਖੂਬੀ ਸਮਝਦੇ ਆ। ਪਰ ਮੈਂ ਇਸ ਕਰਕੇ ਇਸਤੇਮਾਲ ਕੀਤਾ ਕਿਉਂਕਿ ਬਾਹਰਲੇ ਬੰਦੇ ਇਸ ਨੂੰ ਸਿਰਫ ਤਲਵਾਰ ਹੀ ਸਮਝਦੇ ਆ। ਖਾਸ ਕਰਕੇ ਜੇ ਅਸੀਂ ਪੰਜਾਬ ਤੋਂ ਬਾਹਰ ਚਲੇ ਜਾਂਦੇ ਆ, ਦਿੱਲੀ ਦੇ ਵਿੱਚ ਵੀ ਬਹੁਤ ਘੱਟ ਲੋਕ ਜਾਣਦੇ ਹੋਣਗੇ, ਉੱਤਰ ਪ੍ਰਦੇਸ਼ ਚਲੇ ਜਾਂਦੇ ਜਾਂ ਹੋਰ ਕਿਤੇ, ਉਹ ਸਿਰਫ ਸਵਾਰਡ ਵਰਡ ਯੂਜ਼ ਕਰਦੇ ਆ। ਸੋ ਕਹਿਣ ਤੋਂ ਭਾਵ ਗੱਲ ਇਹ ਹੈ ਕਿ ਇਹ ਜਿਹੜੀ ਅੱਜ ਜਥੇਦਾਰ ਸਾਹਿਬ ਨੇ ਸੰਦੇਸ਼ ਦੇ ਵਿੱਚ ਅਪੀਲ ਜਿਹੜੀ ਇਸ ਤਰੀਕੇ ਦੀ ਕੀਤੀ ਹੈ, ਇਸ ਦੀ ਅੱਜ ਦੇ ਸਮੇਂ ਦੇ ਵਿੱਚ ਮਹੱਤਤਾ ਕੀ ਦੇਖਦੇ ਹੋ? ਦੇਖੋ, ਮੈਂ ਇਹ ਸਮਝਦਾ ਵਾਂ ਕਿ ਅੱਜ ਦਾ ਦਿਨ ਉਹ ਦਿਨ ਹੈ ਜਿਸ ਦਿਨ ਦਸਮ ਪਿਤਾ ਨੇ ਸਾਨੂੰ ਇਹ ਬਖਸ਼ੀ ਸੀਗੀ, ਸਾਨੂੰ ਇਹ ਕਿਰਪਾਨ ਬਖਸ਼ੀ ਸੀਗੀ। ਔਰ ਅੱਜ ਦੇ ਦਿਨ ਦੇ ਵਿੱਚ ਜਿਸ ਤਰੀਕੇ ਦੇ ਹਮਲੇ ਸਾਡੇ ਤੇ ਹੋ ਰਹੇ ਨੇ, ਉਹ ਅੱਜ ਚੈਨਲ ਜਿਹੜੇ ਨੇ ਇੱਕ ਤੋਂ ਬਾਅਦ ਇੱਕ ਆਫ 에ਅਰ ਕੀਤੇ ਜਾ ਰਹੇ ਨੇ, ਉਹਨਾਂ ਨੂੰ ਬੰਦ ਕੀਤਾ ਜਾ ਰਿਹਾ, ਆਰਟੀਕਲ 19 ਦੀ ਅਵਗਿਆ ਕੀਤੀ ਜਾ ਰਹੀ ਹੈ। ਅੱਜ ਇੰਨਾ ਵੱਡਾ ਸਮਾਗਮ ਹੈ ਜੋ ਬਿਆਨ ਸਿੰਘ ਵੇਲੇ ਹੁੰਦਾ ਸੀਗਾ, ਉਹੀ ਕੰਮ ਹੋਇਆ ਕਿ ਉੱਥੇ ਇੰਨੀਆਂ ਕੁ ਚੌਕੀਆਂ, ਇੰਨੀਆਂ ਕੁ ਛਾਉਣੀਆਂ ਬਾਹਰ ਬਣਾ ਦਿੱਤੀਆਂ ਕਿ ਸੰਗਤਾਂ ਨੂੰ ਅੰਦਰ ਜਾਣ 'ਚ ਵੀ ਪਰੇਸ਼ਾਨੀ ਹੋਵੇ। ਇਹ ਸ਼ਾਇਦ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਦੇ ਪਏ ਸੀਗੇ ਜਾਂ ਲੱਭਦੇ ਪਏ ਸੀਗੇ। ਮੈਂ ਸਮਝਦਾ ਵਾਂ ਕਿ ਉਹਦੇ ਨਾਲ ਜਿਹੜਾ ਖਾਲਸੇ ਦਾ ਅੱਜ ਏਡਾ ਵੱਡਾ ਦਿਹਾੜਾ ਸੀਗਾ, ਤੁਸੀਂ ਉਸ ਨੂੰ ਡਿਸਟਰਬ ਕੀਤਾ। ਉੱਥੇ ਇੱਕ ਐਸਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹਦੇ ਨਾਲ ਮੈਂ ਸਮਝਦਾ ਵਾਂ ਕਿ ਲੋਕਾਂ ਦੇ ਮਨਾਂ ਨੂੰ ਇਹਦੇ ਵਿੱਚ ਠੇਸ ਲੱਗੀ ਹੈ। ਦੇਖੋ, ਅੱਜ ਕੌਮ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਜਾਣਾ ਚਾਹੀਦਾ। ਔਰ ਇਹ ਜਿਹੜੀ ਕਿਰਪਾਨ ਹੈ, ਕਿਰਪਾਨ ਗੁਰੂ ਨੇ ਸ਼ਸਤਰ ਜਿਹੜੇ ਆ ਨਾ, ਇਹ ਸ਼ਸਤਰ ਖਾਲੀ ਸਾਨੂੰ ਨਹੀਂ ਬਖਸ਼ੇ, ਸ਼ਸਤਰ ਦੇ ਨਾਲ ਸਾਨੂੰ ਬਾਣੀ ਬਖਸ਼ੀ ਸੀਗੀ ਜੀ। ਜਿੰਨੇ ਆਪਣੇ ਸ਼ਹੀਦ ਹੋਏ ਆ, ਜਿਹੜੀ ਸ਼ਹਾਦਤ ਹੈ ਨਾ, ਸ਼ਹਾਦਤ ਤਾਂ ਉਹਦਾ ਇੰਪੈਕਟ ਹੈਗਾ। ਸ਼ਹਾਦਤ ਪਹਿਲੇ ਹੋ ਚੁੱਕੀ ਹੈ ਜਦੋਂ ਗੁਰਬਾਣੀ ਅੰਦਰ ਵਸੀ ਹੋਵੇ ਔਰ ਜਦੋਂ ਸ਼ਸਤਰ ਤੁਹਾਡੇ ਹੱਥ ਹੋਵੇ। ਤੇ ਹੁਣੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਉਹਨਾਂ ਨੇ ਬਿਲਕੁਲ ਕਿਹਾ, ਢਿੱਲੋਂ ਸਾਹਿਬ ਨੇ,
ਕਿ ਇਹ ਰੱਖਿਆ ਵਾਸਤੇ ਹੈ, ਜ਼ੁਲਮ ਦਾ ਨਾਸ਼ ਕਰਨ ਵਾਸਤੇ ਹੈ, ਔਰ ਇਹ ਭਗਤੀ ਔਰ ਸ਼ਕਤੀ ਸਾਡਾ ਸੰਮੇਲ ਹੈਗਾ ਹੈ। ਸਾਨੂੰ ਮੇਰੀ ਔਰ ਪੀਰੀ ਦਾ ਕਨਸੈਪਟ 6ਵੇਂ ਪਾਤਸ਼ਾਹ ਨੇ ਦਿੱਤਾ ਸੀ, 10ਵੇਂ ਪਾਤਸ਼ਾਹ ਨੇ ਉਹਦੇ ਉੱਤੇ ਮੋਹਰ ਲਗਾ ਦਿੱਤੀ। ਮੈਂ ਇਹ ਸਮਝਦਾ ਵਾਂ ਕਿ ਇਹ ਏਡੀ ਕੋਈ ਉਹ ਗੱਲ ਨਹੀਂ, ਸਾਨੂੰ ਕਨਸਟੀਟਿਊਸ਼ਨ ਰਾਈਟ ਦਿੰਦਾ ਹੈ, ਔਰ ਅਸੀਂ ਤਾਂ ਪੰਜਾਬੋਂ ਬਾਹਰ ਵਸਦੇ ਪਏ ਆ। ਮੈਂ ਤਾਂ ਰੋਜ਼ ਕੇਸ ਲੜਦਾ ਵਾਂ ਕਿ ਅੱਜ ਇਮਤਿਹਾਨ ਦੇਣ ਜਾ ਰਿਹਾ ਬੱਚਾ, ਕਿਰਪਾਨ ਤਾਂ ਚਲੋ ਛੱਡੋ, ਲਵਾਈ ਉਹਦਾ ਕੜਾ ਵੀ ਲਵਾ ਰਹੇ ਨੇ, ਕਿ ਤੂੰ ਕੜਾ ਪਾ ਕੇ ਇਮਤਿਹਾਨ ਦੇਣ ਨਹੀਂ ਜਾ ਸਕਦਾ। ਦੇਖੋ ਸਾਡੇ ਜਿਹੜੇ ਹੱਕ ਨੇ, ਜਿਹੜੀਆਂ ਮਿਨੋਰਟੀਜ਼ ਹੁੰਦੀਆਂ ਨਾ, ਉਹਨਾਂ ਦੇ ਵਿੱਚ ਫੇਅਰ ਸਾ ਪ੍ਰੋਸੈਸ ਹੁੰਦਾ ਹੈ ਕਿ ਸਾਨੂੰ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਂ ਸਮਝਦਾ ਵਾਂ ਕਿ ਕਿਰਪਾਨ ਸਾਡਾ ਇੱਕ ਟੁੱਟਵਾਂ ਅੰਗ ਹੈ, ਔਰ ਜਥੇਦਾਰ ਸਾਹਿਬ ਨੇ ਜੇ ਇਹ ਗੱਲ ਆਖੀ ਹੈ, ਮੈਨੂੰ ਇਹਦੇ ਚ ਕੋਈ ਗਲਤ ਚੀਜ਼ ਨਹੀਂ ਨਜ਼ਰ ਆਉਂਦੀ। ਇਹ ਸਾਡਾ ਰਾਈਟ ਹੈ, ਗੁਰੂ ਨੇ ਸਾਨੂੰ ਬਖਸ਼ੀ ਹੈ, ਔਰ ਸਾਨੂੰ ਇਹਦੀ ਅਹਿਮੀਅਤ ਸਮਝਣੀ ਚਾਹੀਦੀ ਹੈ। ਤੁਸੀਂ ਇਹ ਦੇਖੋ, ਜਦੋਂ ਜੰਗਾਂ ਦੇ ਵਿੱਚ ਖਾਲਸਾ ਜਦੋਂ ਯੁੱਧ ਕਰਦਾ ਸੀਗਾ, ਉਦੋਂ ਪਹਿਲੇ ਮਤੇ ਪਕਾਏ ਜਾਂਦੇ ਸੀਗੇ ਕਿ ਡਿੱਗੇ ਹੋਏ ਤੇ ਵਾਰ ਨਹੀਂ ਕਰਨਾ, ਬਜ਼ੁਰਗ ਤੇ ਵਾਰ ਨਹੀਂ ਕਰਨਾ, ਬੱਚੇ ਤੇ ਵਾਰ ਨਹੀਂ ਕਰਨਾ, ਕਿਸੇ ਦੀ ਜਰ ਜੋਰੂ ਨੂੰ ਹੱਥ ਨਹੀਂ ਲਾਣਾ। ਤੁਸੀਂ ਜ਼ੁਲਮ ਕਰਨ ਵਾਸਤੇ ਕਿਰਪਾਨ ਨਹੀਂ ਚੁੱਕੋਗੇ, ਤੁਸੀਂ ਜ਼ੁਲਮ ਦਾ ਟਾਕਰਾ ਕਰਨ ਵਾਸਤੇ। ਸਵਾਲ ਇਹ ਹੈ ਕਿ ਜਿਹੜਾ ਇਹ ਜਿਸ ਫਿਲਾਸਫੀ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਮੱਤ ਸਾਨੂੰ ਬਖਸ਼ੀ ਗਈ ਹੈ, ਉਸ ਦੇ ਅੰਦਰ ਇਹ ਗੱਲ ਵੀ ਕਹੀ ਗਈ ਹੈ ਨਾ ਕਿ ਜ਼ੁਲਮ ਕਰਨਾ ਨਹੀਂ ਤੇ ਸਹਿਣਾ ਵੀ ਨਹੀਂ, ਇਸ ਕਰਕੇ ਤੁਸੀਂ ਡਿਫੈਂਸ ਦੇ ਤੌਰ ਤੇ ਉਹਨੂੰ ਇਸਤੇਮਾਲ ਕਰ ਸਕਦੇ ਹੋ। ਪਰ ਜਿਸ ਸਮੇਂ ਜਿਸ ਹਾਲਾਤ ਦੇ ਵਿੱਚ ਉਹ ਗੱਲ ਕਹੀ ਗਈ ਤੇ ਬਖਸ਼ਿਸ਼ ਹੋਈ, ਪਰ ਉਸ ਤੋਂ ਬਾਅਦ ਅੱਜ ਹਾਲਾਤ ਸਮਾਜ ਦੇ ਡਿਫਰੈਂਟ ਨੇ। ਹੁਣ ਕਾਨੂੰਨ ਦਾ ਰਾਜ ਹੈ, ਉਦੋਂ ਕਾਨੂੰਨ ਦਾ ਰਾਜ ਇੱਕ ਤਰੀਕੇ ਦਾ ਨਹੀਂ ਸੀਗਾ। ਸੋ ਉਹ ਸਵਾਲ ਇਹ ਲੋਕ ਖੜੇ ਕਰਦੇ ਆ, ਉਹ ਲੋਕ ਜਿਹੜੇ ਸਵਾਲ ਖੜੇ ਕਰਦੇ ਆ, ਉਹ ਕਹਿੰਦੇ ਆ ਕਿ ਜਦੋਂ ਕਾਨੂੰਨ ਹਰ ਚੀਜ਼ ਲਈ ਹੈ, ਹਰ ਲੜਾਈ ਕਾਨੂੰਨ ਨਾਲ ਲੜੀ ਜਾਂਦੀ ਹੈ, ਫਿਰ ਇਸ ਚੀਜ਼ ਦੀ ਮਹੱਤਤਾ ਕਿੱਥੇ ਰਹਿ ਜਾਂਦੀ ਆ? ਮੈਂ ਸਮਝਦਾ ਵਾਂ ਕਿ ਅਸੀਂ ਫਿਰ ਤਾਂ ਇਹ ਹੈ ਕਿ ਅਸੀਂ ਇੱਕ ਇੱਕ ਕਰਕੇ ਜਿਹੜੀਆਂ ਵੀ ਸਾਡੇ ਉੱਤੇ ਸਾਡੀ ਮਰਿਆਦਾ ਸਾਨੂੰ ਕਹਿੰਦੀ, ਫਿਰ ਸਾਨੂੰ ਸਾਰਾ ਕੁਝ ਹੀ ਛੱਡ ਦੇਣਾ ਚਾਹੀਦਾ। ਤੁਸੀਂ ਜਿਹੜੀ ਲੜਾਈ ਦੀ ਗੱਲ ਕਰਦੇ ਹੋ, ਮੈਂ ਦਿੱਲੀ ਸ਼ਹਿਰ 'ਚ ਬੈਠਾ ਵਾਂ, ਏਡੇ ਸਾਲਾਂ ਤੋਂ 1984 ਦੀ ਲੜਾਈ ਲੜ ਰਹੇ ਹਾਂ। ਅਸੀਂ ਕਾਨੂੰਨ ਦੇ ਸਿਸਟਮ ਨਾਲ ਹੀ ਲੜ ਰਹੇ ਹਾਂ ਨਾ, ਅਸੀਂ ਕਾਨੂੰਨ ਦੇ ਅਧੀਨ ਰਹਿ ਕੇ ਲੜਦੇ ਪਏ ਹਾਂ ਨਾ। ਲੇਕਿਨ ਮੈਂ ਇਹ ਕਹਿ ਦਵਾਂ ਕਿ ਮੈਂ ਸ੍ਰੀ ਸਾਹਿਬ ਛੱਡ ਦਵਾਂ, ਜਾਂ ਕਿਰਪਾਨ ਮੈਂ ਛੱਡ ਦਵਾਂ, ਜਾਂ ਕੱਲ ਨੂੰ ਮੈਂ ਦਸਤਾਰ ਛੱਡ ਦਵਾਂ, ਜਾਂ ਮੈਂ ਕੋਈ ਹੋਰ ਚੀਜ਼ ਛੱਡ ਦਵਾਂ, ਮੈਂ ਜਾਂ ਕੜੇ ਪਾਣੇ ਛੱਡ ਦਵਾਂ। ਮੈਂ ਹਾਈ ਕੋਰਟ ਦੇ ਵਿੱਚ ਗਿਆ ਵਾਂ, ਲੜਾਈ ਲੜੀ ਹੈ ਕਿ ਨੀਟ ਦੇ ਐਗਜ਼ਾਮਸ ਦੇ ਵਿੱਚ ਸਾਡੇ ਕਕਾਰਾਂ ਨੂੰ ਲਵਾ ਕੇ ਅੰਦਰ ਭੇਜਿਆ ਜਾਂਦਾ। ਹਾਈ ਕੋਰਟ ਤੋਂ ਮੈਂ ਆਪਣੇ ਹੱਥ 'ਚ ਆਰਡਰ ਲੈ ਕੇ ਆਇਆ। ਤੁਹਾਨੂੰ ਕਾਨੂੰਨ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ, ਇਹਦੇ 'ਚ ਰੌਲਾ ਕੀ ਹੈ? ਬਿਲਕੁਲ ਠੀਕ ਹੈ। ਇੰਦਰਜੀਤ ਸਿੰਘ ਘੱਗਾ ਸਾਹਿਬ ਵੀ ਜੁੜੇ ਹੋਏ ਆ। ਘੱਗਾ ਸਾਹਿਬ, ਤੁਹਾਡਾ ਚਰਚਾ ਦੇ ਵਿੱਚ ਸਵਾਗਤ ਵੀ ਹੈ, ਔਰ ਮੈਂ ਤੁਹਾਡਾ ਵਿਚਾਰ ਇਸ ਪੱਖ ਤੇ ਜਾਣਨਾ ਚਾਹੁੰਦਾ। ਜਿਵੇਂ ਢਿੱਲੋਂ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਹੋਰਾਂ ਦਾ ਜ਼ਿਕਰ ਕੀਤਾ ਹੈ, ਉਹਨਾਂ ਨੇ ਉਹਨਾਂ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ, ਪਰ ਜਿੱਥੇ ਵੀ ਜਿੰਨਾ ਕੁ ਮੈਂ ਜਾਣਦਾ, ਮੈਂ ਬਹੁਤਾ ਨਹੀਂ ਜਾਣਦਾ, ਬਹੁਤਾ ਗਿਆਨ ਨਹੀਂ ਹੈ, ਪਰ ਮੈਨੂੰ ਇਹ ਪਤਾ ਹੈ ਕਿ ਨਾਨਕ ਪਾਤਸ਼ਾਹ ਨੇ ਵਾਦ ਨੂੰ ਸੰਵਾਦ ਨਾਲ ਹੱਲ ਕੀਤਾ। ਕਿਤੇ ਵੀ ਕਿਰਪਾਨ ਜਿਹੜੀ ਹੈ ਜਾਂ ਹਥਿਆਰ ਉਹ ਕਿਤੇ ਉਹਨਾਂ ਦੇ ਡਾਇਲੌਗ ਦੇ ਵਿੱਚ ਨਜ਼ਰ ਨਹੀਂ ਆਇਆ। ਇੱਥੇ ਜੀ ਧਿਆਨ ਦੇਣ ਵਾਲੀ ਗੱਲ ਇਹ ਹੈ, ਪਹਿਲੀ ਗੱਲ ਤਾਂ ਬਾਦ ਵਿਚਾਰ ਚਰਚਾ ਹੋਣੀ ਬੜੀ ਜ਼ਰੂਰੀ ਹੈ। ਹਥਿਆਰ ਤਾਂ ਜਾਣਾ ਉਦੋਂ ਅੰਤਮ ਤੌਰ ਤੇ ਵਰਤਣ ਵਾਸਤੇ ਸਾਨੂੰ ਇਜਾਜ਼ਤ ਦਿੱਤੀ ਹੈ, ਨਾ ਕਿ ਸਭ ਤੋਂ ਪਹਿਲਾਂ ਹਥਿਆਰ ਦੀ ਵਰਤੋਂ ਕਰੀ ਜਾਵੇ। ਅਗਲੀ ਗੱਲ ਇਹ ਹੈ ਕਿ ਜਿਹੜਿਆਂ ਨੂੰ ਹਥਿਆਰ ਪਹਿਨਾਏ ਜਾਂਦੇ ਨੇ, ਚੁਕਵਾਏ ਜਾਂਦੇ ਨੇ, ਜਾਂ ਖੰਡੇ ਕੀ ਪਹੁਲ ਛਕਾਈ ਜਾਂਦੀ ਹੈ, ਮੈਂ ਪਿਛਲੇ 75 ਸਾਲਾਂ ਤੋਂ 76 ਸਾਲਾਂ ਤੋਂ ਉਮਰ ਤਾਂ ਮੇਰੀ ਹੋ ਗਈ ਹੈ, ਪਰ ਮੈਂ 50 ਸਾਲ ਤੋਂ ਇਸ ਪਾਸੇ ਲੱਗਿਆ ਹੋਇਆ, ਤੇ ਕਿਸੇ ਦੀ ਜਿਹੜਾ ਖੰਡੇ ਕੀ ਪਹੁਲ ਲੈਂਦਾ ਉਹਨੂੰ ਖੰਡੇ ਕੀ ਪਹੁਲ ਲੈਣ ਤੋਂ ਪਹਿਲਾਂ ਕੋਈ ਸਿਖਲਾਈ, ਟ੍ਰੇਨਿੰਗ, ਗੁਰਬਾਣੀ ਦੀ ਸਿੱਖਿਆ, ਸਮਾਜ ਨਾਲ ਵਿਚਰਨ ਦੀ ਸਿੱਖਿਆ, ਹਥਿਆਰ ਰੱਖਣ ਦੀ ਸਿੱਖਿਆ, ਫੌਜ ਦਾ ਅੰਗ ਬਣਨ ਦੀ ਸਿੱਖਿਆ, ਅੱਜ ਤੱਕ ਕੋਈ ਸਿੱਖਿਆ ਕਿਸੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਹੋਰ ਕਿਸੇ ਜਥੇਬੰਦੀ ਵੱਲੋਂ ਇਹੋ ਜਿਹੀ ਕੋਈ ਸਿੱਖਿਆ ਨਹੀਂ ਹੈ। ਉਹਨਾਂ ਦਾ ਫਿਰ ਰਿਕਾਰਡ ਰੱਖਣਾ ਕਿ ਇਹ ਜਿਹੜੇ ਨੌਜਵਾਨ ਨੇ ਹਥਿਆਰ ਲੈ ਕੇ ਮੈਦਾਨ 'ਚ ਆਏ ਨੇ ਸਿੱਖਾਂ ਦੀ ਸੁਰੱਖਿਆ ਵਾਸਤੇ, ਇਹਨਾਂ ਦਾ ਐਡਰੈਸ ਕੀ ਹੈ, ਪਿਛੋਕੜ ਕੀ ਹੈ, ਤੇ ਇਹਨਾਂ ਨੇ ਰਾਖੀ ਕਰਨੀ ਹੈ ਸਾਡੀ ਕਿ ਨਹੀਂ ਕਰਨੀ, ਇਹਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਜਾਂਦੀ। ਤੇ ਜਦੋਂ ਉਹਨਾਂ ਤੇ ਇੱਕ ਮੁਸੀਬਤ ਆਉਂਦੀ ਹੈ, ਉਦੋਂ ਹਰੇਕ ਕਹਿੰਦਾ ਸਾਡੇ ਧਰਮ ਨੂੰ ਖਤਰਾ ਪੈ ਗਿਆ, ਮੇਰੀ ਪੱਗ ਲਾਤੀ, ਮੇਰੀ ਕਿਰਪਾਨ ਨੂੰ ਹੱਥ ਪਾ ਲਿਆ। ਉਹ ਭਾਈ ਜਦੋਂ ਲੜਾਈ ਹੁੰਦੀ ਹੈ ਤੇ ਲੜਾਈ ਦੇ ਵਿੱਚ ਪੱਗ ਨੂੰ ਵੀ ਕਿਰਪਾਨ ਨੂੰ ਵੀ, ਉਦੋਂ ਫਿਰ ਤੁਸੀਂ ਧਰਮ ਦਾ ਸ਼ੋਰ ਨਾ ਪਾਓ ਕਿ ਸਾਡੇ ਧਰਮ ਨੂੰ ਹੱਥ ਪਾ ਲਿਆ। ਤੁਸੀਂ ਲੜਨ ਵਾਸਤੇ ਗਏ ਹੋ, ਤੇ ਦੂਜੀ ਧਿਰ ਜੇ ਆਪਣੇ ਆਪ ਨੂੰ ਖਤਰਾ ਮਹਿਸੂਸ ਕਰਦੀ ਹੈ, ਉਹਨੇ ਆਪਣੇ ਸਾਰੇ ਹਥਿਆਰ ਫਿਰ ਵਰਤਣੇ ਨੇ। ਪਰ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈ
ਇਹ ਹਥਿਆਰ ਰੱਖਣੇ ਇਹ ਬਹੁਤ ਪੁਰਾਤਨ ਸਮੇਂ ਬੀਤੇ ਸਮੇਂ ਦੀਆਂ ਗੱਲਾਂ ਨੇ। ਅੱਜ ਅਸੀਂ ਆਧੁਨਿਕ ਜ਼ਮਾਨੇ ਚੋਂ ਵਿਚਰ ਰਹੇ ਹਾਂ ਤੇ ਇਹ ਦੇਖੋ ਕਿ ਪਹਿਲਾਂ ਭਾਈ ਜਰਨੈਲ ਸਿੰਘ ਜਾਂ ਸਾਡੇ ਲੀਡਰ ਜਾਂ ਅੱਜ ਅਮਰਤਪਾਲ ਸਿੰਘ ਇਹ ਕੱਲੀ ਕਿਰਪਾਨ ਨਹੀਂ ਚੁੱਕੀ ਫਿਰਦੇ, ਨਾਲ ਵੱਡੇ ਵੱਡੇ ਹਥਿਆਰ ਆਟੋਮੈਟਿਕ ਗੰਨਾਂ ਉਹ ਲਈ ਫਿਰਦੇ ਨੇ। ਤੇ ਜਿਹੜਾ ਕਹਿ ਤਾਂ ਰਹੇ ਨੇ ਸਾਡੇ ਲੀਡਰ ਕਿ ਸਾਨੂੰ ਕਿਰਪਾਨ ਗੁਰੂ ਨੇ ਪਵਾਈ ਹੈ, ਤੇ ਫਿਰ ਦੂਜੀਆਂ ਜਿਹੜੇ ਬੰਦੂਕਾਂ ਨੇ ਆਟੋਮੈਟਿਕ ਮਸ਼ੀਨ ਗੰਨਾਂ ਨੇ ਇਹ ਸਾਰੀਆਂ ਨਾਲ ਕਿਉਂ ਚੁੱਕੀ ਫਿਰਦੇ ਨੇ? ਇਹਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਪੈਂਦੀ ਹੈ ਤੇ ਸਰਕਾਰ ਨੂੰ ਧੱਕਾ ਕਰਨ ਦਾ ਮੌਕਾ ਮਿਲਦਾ ਹੈ। ਇਹ ਦੇਖੋ ਕਿ ਅੱਜ ਸਰਕਾਰ ਦੀ ਤਾਕਤ ਕਿੰਨੀ ਹੈ ਤੇ ਤੁਹਾਡੀ ਕਿੰਨੀ ਹੈ। ਉਹ ਪੁਰਾਣੇ ਜ਼ਮਾਨਿਆਂ 'ਚ ਹੋਰ ਕੋਈ ਸਾਡੀ ਰਾਖੀ ਕਰਨ ਵਾਲਾ ਨਹੀਂ ਸੀ, ਆਪਣੇ ਆਪ ਰਾਖੀ ਕਰਨੀ ਸੀ। ਪਰ ਅੱਜ ਭਾਰਤ ਦਾ ਕਾਨੂੰਨ ਹੈ। ਹੁਣ ਜੀਕੇ ਸਾਹਿਬ ਆਪ ਹੀ ਕਹਿ ਕੇ ਹਟੇ ਨੇ ਮੈਂ ਕਾਨੂੰਨ ਦੇ ਮੁਤਾਬਕ ਲੜਾਈ ਲੜਦਾ। ਸਾਨੂੰ ਵੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਰਕਾਰ ਤੋਂ ਮੰਗਾਂ ਮਨਵਾਉਣ ਦੀ ਇਜਾਜ਼ਤ ਹੈ, ਸ਼ਾਂਤਮਈ ਮੁਜ਼ਾਹਰਾ ਕਰਨ ਦੀ ਸਾਨੂੰ ਇਜਾਜ਼ਤ ਹੈ, ਪਰ ਹਥਿਆਰਾਂ ਦੀ ਪ੍ਰਦਰਸ਼ਨੀ ਕਰਨੀ, ਹਥਿਆਰਾਂ ਦੀ ਵਰਤੋਂ ਕਰਨੀ ਇਹਦੀ ਸਾਨੂੰ ਇਜਾਜ਼ਤ ਨਹੀਂ ਹੈ। ਫਿਰ ਯਾਦ ਰੱਖਣਾ ਬਣਦਾ ਕਿ ਭਾਰਤ ਸਰਕਾਰ ਕੋਲੇ ਕਿੰਨੀ ਵੱਡੀ ਤਾਕਤ ਹੈ। ਪਹਿਲਾਂ ਅਸੀਂ ਕਿੰਨੀ ਵਾਰੀ ਮਾਰ ਖਾ ਚੁੱਕੇ ਹਾਂ ਤੇ ਨਵੇਂ ਸਿਰੋਂ ਕਿਤੇ ਮਾਰ ਖਾਣ ਵਾਸਤੇ ਉਹ ਜਿਹਾ ਰਾਹ ਨਾ ਪੱਧਰਾ ਕਰ ਦਿਓ ਕਿਤੇ। ਜੀ ਮੈਂ ਦੋਵੇਂ ਜਿਹੜੇ ਸਾਡੇ ਕੋ ਪੈਨਲਿਸਟ ਨੇ ਮੈਂ ਉਹਨਾਂ ਤੋਂ ਤੁਹਾਡੀ ਇਸ ਟਿੱਪਣੀ ਉੱਤੇ ਜਵਾਬ ਚਾਹੂੰਗਾ। ਪਹਿਲਾਂ ਜੀਕੇ ਸਾਹਿਬ ਤੁਸੀਂ ਕੀ ਕਹੋਗੇ ਕਿ ਗੱਸਾਂ ਦੀ ਟਿੱਪਣੀ ਦੇ ਉੱਤੇ? ਦੇਖੋ ਮੈਂ ਸਮਝਦਾ ਵਾਂ ਕਿ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਜਾਂ ਜਿਹੜੀ ਵੀ ਸੰਸਥਾ ਅੰਮ੍ਰਿਤ ਛਕਾਉਂਦੀ ਹੈ ਉਸ ਤੋਂ ਪਹਿਲੇ ਅੰਮ੍ਰਿਤ ਦੀ ਅਹਿਮੀਅਤ, ਸ਼ਸਤਰਾਂ ਦੀ ਅਹਿਮੀਅਤ, ਗੁਰਬਾਣੀ ਦੀ ਅਹਿਮੀਅਤ ਇਹ ਜ਼ਰੂਰ ਦੱਸਣੀ ਚਾਹੀਦੀ ਹੈ। ਇਹ ਬਿਲਕੁਲ ਜਾਇਜ਼ ਗੱਲ ਹੈਗੀ ਆ ਔਰ ਇਸ ਪਾਸੇ ਮੈਂ ਸਮਝਦਾ ਕਿ ਕਮੇਟੀਆਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ, ਕਿਉਂਕਿ ਜਿਹਨੇ ਅੰਮ੍ਰਿਤ ਛਕ ਲਿਆ ਉਹਦੇ ਬਾਅਦ ਉਹਦਾ ਇੱਕ ਕਿਰਦਾਰ, ਉਹਦਾ ਇੱਕ ਕੈਰੀਕੁਲਮ, ਉਹਦਾ ਇੱਕ ਵਿਰਾਸਤ ਦੇ ਨਾਲ ਜੁੜਨਾ ਤੈਅ ਹੋ ਜਾਂਦਾ ਤੇ ਉਸ ਤੋਂ ਪਹਿਲੇ ਉਸ ਨੂੰ ਟ੍ਰੇਨਿੰਗ ਜਿਹੜੀ ਹੈ ਉਹ ਜ਼ਰੂਰ ਦੇਣੀ ਚਾਹੀਦੀ ਹੈ। ਦੂਜੀ ਗੱਲ ਮੈਂ ਇਹ ਸਮਝਦਾ ਵਾਂ ਕਿ ਸਰਕਾਰਾਂ ਜਦੋਂ ਧੱਕਾ ਕਰਦੀਆਂ ਨੇ ਨਾ, ਜਦੋਂ ਧੱਕਾ ਕਰਦੀਆਂ ਨੇ ਤੇ ਅਖੀਰਲਾ ਰਾਹ ਉਸ ਪਾਸੇ ਨੂੰ ਧੱਕਦੀਆਂ ਨੇ। ਮੈਂ ਹਮੇਸ਼ਾ ਲੜਦਾ ਚਲੇ ਗਿਆ ਵਾਂ ਕਿ ਸਾਨੂੰ ਹਥਿਆਰਾਂ ਦੀ ਜੰਗ ਨਹੀਂ ਲੜਨੀ, ਸਾਨੂੰ ਸੰਵਾਦ ਦੀ ਗੱਲ ਕਰਨੀ ਹੈ, ਲੇਕਿਨ ਹਥਿਆਰ ਆਪਣੇ ਰੱਖਣ ਦਾ ਕੋਈ ਮਨਾਹੀ ਨਹੀਂ ਹੈਗੀ। ਮੈਂ ਇਹ ਸਮਝਦਾ ਵਾਂ ਕਿ ਜੇ ਮੈਂ ਐਗਜ਼ਾਮਪਲ ਦੇ ਦੇਵਾਂ, ਹੁਣ ਇਹਨਾਂ ਨੇ ਸੰਤਾਂ ਦੀ ਗੱਲ ਕੀਤੀ ਹੈ, ਸੰਤ ਭਿੰਡਰਾਣਿਆਂ ਦੇ ਕੋਲ ਗਏ ਸੀਗੇ ਜਿਹੜੇ ਬਹੁਤ ਵੱਡੇ ਵਕੀਲ ਨੇ ਰਾਮ ਜੇਠ ਮਲਾਨੀ। ਸੰਤ ਭਿੰਡਰਾਣਿਆਂ ਕੋਲ ਗਏ ਸੀਗੇ ਜਿਹੜੇ ਬੀਜੇਪੀ ਦੇ ਸਾਂਸਦ ਵੀ ਰਹੇ ਨੇ ਔਰ ਕੀ ਕਹਿੰਦੇ ਨੇ ਮੈਨੂੰ ਉਹਨਾਂ ਦਾ ਨਾਮ ਹੁਣੇ ਯਾਦ ਆ ਜਾਊਗਾ। ਉਹਨਾਂ ਨੇ ਜਾ ਕੇ ਆਖਿਆ ਸੀਗਾ ਕਿ ਸਰਕਾਰ ਗਲਤ ਹੈ ਔਰ ਭਿੰਡਰਾਂਵਾਲੇ ਜਿਹੜੇ ਅਸੂਲਾਂ ਤੇ ਖੜੇ ਨੇ ਠੀਕ ਨੇ। ਉਹਦਾ ਕਾਰਨ ਕੀ ਸੀਗਾ? ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਵਾਂ। ਮੈਂ ਇੱਕ ਐਗਜ਼ਾਮਪਲ ਦਿੰਦਾ ਵਾਂ ਕਿ ਸਰਕਾਰਾਂ ਕਰਦੀਆਂ ਕੀ ਨੇ। ਦੇਖੋ ਇਹ ਜੇ ਦੋ ਸੈਟ ਆਫ ਲਾਅ ਹੋਣਗੇ ਨਾ ਅਲੱਗ-ਅਲੱਗ ਧਰਮ ਲਈ, ਫਿਰ ਇਹ ਪ੍ਰੋਬਲਮ ਖੜੀ ਹੋਏਗੀ ਜੋ ਪ੍ਰੋਬਲਮ ਵਾਲੇ ਪਾਸੇ ਜੋ ਅਸੀਂ ਅੱਜ ਵੱਧਦੇ ਪਏ ਹਾਂ। ਜੀ ਇੰਦਰਾ ਗਾਂਧੀ ਅਰੈਸਟ ਹੁੰਦੀ ਹੈ 1978 ਵਿੱਚ ਜਦੋਂ ਜਨਤਾ ਰਾਜ ਆ ਜਾਂਦਾ ਹੈ। ਅਰੈਸਟ ਹੁੰਦੀ ਹੈ, ਦੋ ਭਰਾ ਪਾਂਡੇ ਬ੍ਰਦਰਸ ਪਲੇਨ ਹਾਈਜੈਕ ਕਰਦੇ ਆ ਲਖਨਊ। 78 ਚ 77 ਚ ਇੰਦਰਾ ਦਾ ਰਾਜ ਗਿਆ ਸੀ, 80 ਚ ਮੁੜ ਕੇ ਆ ਜਾਂਦਾ। ਜਦੋਂ 80 ਚ ਰਾਜ ਬਣਦਾ ਹੈ ਤੇ ਉਦੋਂ ਇੱਕ ਪਾਂਡੇ ਬ੍ਰਦਰ ਨੂੰ ਐਮਪੀ ਬਣਾ ਕੇ ਦਿੱਲੀ ਚ ਸੈਂਟਰ ਚ ਲੈ ਆਉਂਦੇ ਤੇ ਦੂਜਾ ਪਾਂਡੇ ਬ੍ਰਦਰ ਜਿਹੜਾ ਸੀ ਉਹ ਯੂਪੀ ਦੀ ਵਜ਼ਾਰਤ ਦੇ ਵਿੱਚ ਉਸ ਨੂੰ ਮਿਨਿਸਟਰ ਬਣਾ ਦਿੱਤਾ ਜਾਂਦਾ। ਐਮਐਲਏ ਦੀ ਇਲੈਕਸ਼ਨ ਦੀ ਟਿਕਟ ਦੇ ਕੇ ਜਿੱਤਦਾ ਹੈ। ਦੂਜੇ ਪਾਸੇ ਇੱਕ ਬੱਚਾ ਮਨਜੀਤ ਸਿੰਘ ਜਿਹਦਾ ਨਾਮ ਮੁਸੀਬਤ ਸਿੰਘ ਸੀਗਾ, ਉਹ ਗ੍ਰਿਫਤਾਰ ਕਰਦਾ ਹੈ। ਜਦੋਂ ਆਪਣਾ ਜਦੋਂ ਸੰਤ ਭਿੰਡਰਾਂਵਾਲੇ ਗ੍ਰਿਫਤਾਰ ਹੁੰਦੇ ਨੇ ਉਹ ਪਲੇਨ ਹਾਈਜੈਕ ਕਰਦਾ ਹੈ ਔਰ ਜਦੋਂ ਪਲੇਨ ਹਾਈਜੈਕ ਕਰਦਾ ਹੈ ਤੇ ਅੰਮ੍ਰਿਤਸਰ ਆ ਕੇ ਸਰੈਂਡਰ ਕਰ ਦਿੰਦਾ ਹੈ। ਉਹਦੇ ਕੋਲ ਖਿਡੌਣੇ ਵਾਲੀ ਪਿਸਤੌਲ ਸੀ, ਟॉय ਪਿਸਤੌਲ ਸੀ। ਉਹ ਆਖਦਾ ਹੈ ਕਿ ਮੈਂ ਇਹ ਖਿਡੌਣੇ ਵਾਲੀ ਜਿਹੜੀ ਪਿਸਤੌਲ ਹੈ ਉਹਦੇ ਨਾਲ ਮੈਂ ਹਾਈਜੈਕ ਕੀਤਾ ਸੀ, ਮੈਂ ਸਰੈਂਡਰ ਕਰ ਰਿਹਾ, ਨਾ ਮੈਂ ਜਹਾਜ਼ ਨੂੰ ਕੋਈ ਖਤਰਾ ਪੈਦਾ ਕੀਤਾ, ਨਾ ਮੈਂ ਜੀ ਮੇਰੀ ਆਵਾਜ਼ ਆ ਰਹੀ ਹੈ ਵਿੱਚ ਫੋਨ ਵੱਜ ਰਿਹਾ ਸੀ ਮੇਰਾ? ਜੀ ਆ ਰਿਹਾ ਜੀ ਕੇ ਸਾਹਿਬ ਆ ਰਹੀ ਹੈ ਜੀ, ਆ ਰਹੀ ਹੈ। ਹਾਂ ਉਹ ਆਖਦਾ ਹੈ ਕਿ ਮੈਂ ਸਰੈਂਡਰ ਕਰ ਰਿਹਾ, ਨਾ ਮੈਂ ਜਹਾਜ਼ ਨੂੰ, ਨਾ ਮੈਂ ਕਿਸੇ ਸਵਾਰੀ ਨੂੰ, ਨਾ ਮੈਂ ਕਿਸੇ ਹੋਰ ਚੀਜ਼, ਮੈਂ ਸਿਰਫ ਖਬਰ ਬਣਾਉਣਾ ਚਾਹ ਰਿਹਾ ਕਿ ਸਿੱਖਾਂ ਨਾਲ ਕੀ ਧੱਕਾ ਹੁੰਦਾ। ਉਸ ਨੂੰ ਅਰੈਸਟ ਕੀਤਾ ਜਾਂਦਾ ਹੈ, ਪਲੇਨ ਤੋਂ ਥੱਲੇ ਉਤਰਦਾ ਹੈ ਔਰ ਅੰਮ੍ਰਿਤਸਰ ਰਨਵੇ ਦੇ ਉੱਤੇ ਉਹਦੇ ਕਨਪੱਟੀ ਤੇ ਪਿਸਤੌਲ ਰੱਖ ਕੇ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਹੁਣ ਮੈਨੂੰ ਇਹ ਜਵਾਬ ਦੇ ਦਿਓ, ਅੱਜ ਕਈ ਪੰਜਾਬੀ ਦੇ ਚੈਨਲ, ਕਈ ਜਿਹੜੇ ਯੂਟਿਊਬਰ ਨੇ, ਕਈ ਜਿਹੜੇ ਵੱਡੇ ਚੈਨਲ ਨੇ, ਉਹਨਾਂ ਨੂੰ ਆਫ ਏਅਰ ਕੀਤਾ ਜਾ ਰਿਹਾ ਹੈ
ਕਿ ਉਹ ਵੱਖਵਾਦ ਦਿਖਾ ਰਹੇ ਨੇ। ਜਦੋਂ ਵੱਡੇ ਚੈਨਲ ਦਿਖਾ ਰਹੇ ਸੀਗੇ 26 ਜਨਵਰੀ ਵਾਲੇ ਦਿਨ ਜੋ ਜ਼ਹਿਰ ਸਾਡੇ ਖਿਲਾਫ ਬੋਲ ਰਹੇ ਸੀ, ਪਰਸੋਂ ਮੈਂ ਇੱਕ WhatsApp ਦੇਖ ਰਿਹਾ ਸੀ ਇੱਕ ਵੱਡੇ ਚੈਨਲ ਤੇ ਕਿ ਇੱਕ ਮਸਜਿਦ ਦੇ ਗੁੰਬਦ ਤੇ ਚੜ੍ਹ ਕੇ ਉਹਦਾ ਗੁੰਬਦ ਤੋੜਿਆ ਜਾ ਰਿਹਾ ਔਰ ਉਹਦੇ ਉੱਤੇ ਮੰਦਿਰ ਦਾ ਝੰਡਾ ਲਗਾਇਆ ਜਾ ਰਿਹਾ। ਉਹ NSA ਦੇ ਅਧੀਨ ਨਹੀਂ ਆਉਂਦੇ, ਉਹ ਚੈਨਲ ਬੈਨ ਨਹੀਂ ਹੋਣੇ ਚਾਹੀਦੇ। ਜਦੋਂ ਜਦੋਂ ਦੋ ਕਾਨੂੰਨ ਬਣਾਓਗੇ ਨਾ ਤੁਸੀਂ, ਤੇ ਫਿਰ ਇਹ ਬਿਲਕੁਲ ਮੇਰੇ ਸਾਰੇ ਬਜ਼ੁਰਗ ਨੇ, ਮੇਰੇ ਵੱਡੇ ਨੇ, ਸਿਆਣੇ ਨੇ ਮੇਰੇ ਕੋਲੋਂ। ਮੈਂ ਸਮਝਦਾ ਕਿ ਗਵਰਨਮੈਂਟ ਜਿਹੜੀ ਹੈ ਉਹ ਇੱਕ ਕਿਸੇ ਕਮਿਊਨਿਟੀ ਲਈ ਵੱਖਰਾ ਕਾਨੂੰਨ, ਦੂਜੇ ਲਈ ਵੱਖਰਾ ਕਾਨੂੰਨ। ਤੁਸੀਂ ਗੁਜਰਾਤ ਦੇ ਕੈਦੀ ਛੱਡ ਦਿੱਤੇ, ਤੁਸੀਂ ਸਾਡੇ ਬੰਦੀ ਸਿੰਘ ਕਿਉਂ ਨਹੀਂ ਛੱਡਦੇ ਪਏ? ਮੈਨੂੰ ਇਹ ਦੱਸਿਆ ਜਾਵੇ ਨਾ। ਠੀਕ ਹੈ, ਇਹ ਡਿਸਸੈਟੀਸਫੈਕਸ਼ਨ ਕਿਉਂ ਦਿੱਤੀ ਜਾ ਰਹੀ ਹੈ ਕਮਿਊਨਿਟੀ ਨੂੰ? ਠੀਕ ਹੈ। ਇਸ ਤੋਂ ਪਹਿਲਾਂ ਕਿ ਮੈਂ ਅਗਲੀ ਗੱਲ ਛੇੜਾਂ, ਘੱਗਾ ਸਾਹਿਬ ਦੀ ਤਰਕ ਦੇ ਉੱਤੇ ਢਿੱਲੋਂ ਸਾਹਿਬ ਦੀ ਟਿੱਪਣੀ ਜ਼ਰੂਰ ਲੈਣਾ ਚਾਹੂੰਗਾ। ਹਾਂਜੀ ਢਿੱਲੋਂ ਸਾਹਿਬ। ਨਹੀਂ ਜੀ, ਪਹਿਲਾਂ ਮੈਨੂੰ ਕਰਨ ਦੇ ਗੱਲ ਇਹਨਾਂ ਨੇ ਜਿਹੜਾ ਹੁਣ ਕੀਤੀ ਹੈ ਬਿਲਕੁਲ ਉਲਟ ਗੱਲ ਕੀਤੀ ਹੈ ਇਹਨਾਂ ਨੇ ਸਾਰੀ ਜੀ। ਠੀਕ ਹੈ ਦੇਖੋ ਗੱਲ ਬੜੀ ਢਿੱਲੋਂ ਸਾਹਿਬ 1 ਮਿੰਟ ਲਈ ਰੋਕ ਰਿਹਾ, ਘੱਗਾ ਸਾਹਿਬ ਗੱਲ ਕਰ ਰਹੇ, ਕੁਝ ਕਹਿੰਦੇ ਵੀ ਮੈਂ ਗੱਲ। ਹਾਂਜੀ। ਮਸੀਬਤ ਸਿੰਘ ਉਰਫ ਗੁਰਬਖਸ਼ ਸਿੰਘ ਦਾ ਇਹਨਾਂ ਨੇ ਜ਼ਿਕਰ ਕੀਤਾ ਕਿ ਉਹਨੇ ਜਹਾਜ਼ ਅਗਵਾ ਕੀਤਾ ਸੀ। ਮੈਂ ਉਸ ਬੰਦੇ ਨੂੰ ਆਪ ਮਿਲਿਆ ਹੋਇਆ, ਜੇਲ੍ਹ ਦੇ ਵਿੱਚ ਬਠਿੰਡੇ ਅਸੀਂ ਇਕੱਠੇ ਰਹੇ ਹਾਂ। ਮਸੀਬਤ ਸਿੰਘ ਵੀ ਉੱਥੇ ਸੀ, ਮੈਂ ਵੀ ਉੱਥੇ ਸੀ। ਮੈਂ ਉੱਥੇ ਪੁਲਿਸ ਮੁਲਾਜ਼ਮਾਂ ਤੋਂ, ਸਾਰਿਆਂ ਤੋਂ, ਅਤੇ ਉਹਦੇ ਅਦਾਲਤਾਂ ਦੇ ਵਿੱਚੋਂ ਸਾਡੇ ਵਕੀਲ ਦੇ ਰਾਹੀਂ ਪੇਪਰ ਕਢਵਾ ਕੇ ਮੈਂ ਦੇਖ ਚੁੱਕਿਆ। ਉਹ ਬੰਦਾ ਪਹਿਲਾਂ ਤਾਂ ਇੱਕ ਬਲਾਤਕਾਰ ਦੇ ਕੇਸ ਦੇ ਵਿੱਚ ਉਹਨੂੰ ਸਜ਼ਾ ਹੋਈ ਸੀ, ਉਹਨੂੰ ਜਹਾਜ਼ ਦੇ ਮਾਮਲੇ 'ਚ ਗੋਲੀ ਨਹੀਂ ਮਾਰੀ ਗਈ। ਇਹਨਾਂ ਭਾਈ ਨੂੰ GK ਜੀ ਨੂੰ ਇਹ ਵੀ ਨਹੀਂ ਪਤਾ ਕਿ ਉਹਨੂੰ ਗੋਲੀ ਨਹੀਂ ਮਾਰੀ ਗਈ। ਉਹਨੂੰ ਗ੍ਰਿਫਤਾਰ ਕਰਕੇ ਬਠਿੰਡੇ ਜੇਲ੍ਹ 'ਚ ਬੰਦ ਕੀਤਾ ਗਿਆ। ਜਿਹੜੀ ਉਹਨੂੰ ਸਜ਼ਾ ਮਿਲੀ ਹੈ ਤੇ ਉਹਨੇ ਕਤਲ ਕੀਤਾ ਸੀ, ਆਪਣੀ ਪਤਨੀ ਵੀ ਉਹਨੇ ਕਤਲ ਕੀਤੀ, ਆਪਣਾ ਇੱਕ ਬੱਚਾ ਵੀ ਕਤਲ ਕੀਤਾ, ਤੇ ਗਵਾਂਢੀ ਇੱਕ ਮੁੰਡਾ ਸੀ ਜਿਹੜੇ ਦੇ ਕੇ ਗਲਤ ਮਲਤ ਇਹਦੇ ਉਹਨਾਂ ਦੇ ਘਰ ਦੀ ਨਾਲ ਸੰਬੰਧ ਸੀ, ਉਹਨਾਂ ਨੂੰ ਵੀ ਕਤਲ ਕੀਤਾ। ਤੇ ਉਹਨਾਂ ਕਤਲ ਦੇ ਮਾਮਲਿਆਂ 'ਚ ਜੇਲ੍ਹ 'ਚ ਆਇਆ। ਉਹਨਾਂ ਕਤਲ ਦੇ ਮਾਮਲਿਆਂ 'ਚੋਂ ਬਚਣ ਵਾਸਤੇ ਇਹਨੇ ਜਹਾਜ਼ ਅਗਵਾ ਕਰਨ ਦਾ ਨਾਟਕ ਕੀਤਾ। ਇਹ ਉਹ ਬੰਦਾ ਸੀ ਜਿਹਨੂੰ ਮੈਂ ਮਿਲ ਕੇ ਵੀ ਬਾਅਦ 'ਚ ਪੁੱਛਿਆ ਕਿ ਤੂੰ ਇਹ ਕੰਮ ਕਿਉਂ ਕੀਤੇ, ਤੇ ਮੇਰੀ ਤਾਂ ਕਹਿੰਦਾ ਜੀ ਕਦਰ ਨਹੀਂ ਪਾਈ। ਤੇ ਸ਼੍ਰੋਮਣੀ ਕਮੇਟੀ ਨੇ ਇਹਨੂੰ ਫਿਰ PN ਦੇ ਤੌਰ ਤੇ ਬਠਿੰਡੇ ਹਾਜੀ ਰਤਨ ਗੁਰਦੁਆਰੇ ਦਾ PN ਰੱਖਿਆ, ਤਨਖਾਹ ਦਿੱਤੀ, ਤੇ ਇਹਨੇ ਭੁੱਖੇ ਮਰਦੇ ਨੇ ਗੁਰਦੁਆਰੇ ਦਾ ਗ੍ਰੰਥੀ ਹੋ ਕੇ ਇਹੋ ਜਿਹੇ ਬੁਰੇ ਕੰਮ ਕੀਤੇ ਨੇ। ਤੇ ਇਹਨਾਂ ਨੂੰ ਨਾ ਉਭਾਰੋ, ਕਿਰਪਾ ਕਰਕੇ। ਐਦਾਂ ਦੇ ਕੰਮ ਜਿਹੜੇ ਕਰਦੇ ਨੇ ਉਹਨਾਂ ਨੂੰ ਲਾਹਨਤਾਂ ਪਾਓ, ਫਟਕਾਰਾਂ ਪਾਓ, ਸਾਰੇ ਸਿੱਖਾਂ ਨੂੰ ਬਦਨਾਮ ਕਰਦੇ ਨੇ। ਉਹਨੂੰ ਕੋਈ ਗੋਲੀ ਨਹੀਂ ਮਾਰੀ ਗਈ ਉੱਥੇ। ਜੀ GK ਸਾਹਿਬ। ਮੈਂ ਇਹ ਸਮਝਦਾ ਵਾਂ ਕਿ ਜਿਹੜਾ ਕੇਸ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਵਾਂ, ਇਹਦੇ ਮੈਂ ਸਾਰੇ ਤੁਹਾਨੂੰ ਫੈਕਟਸ ਕੱਢ ਕੇ ਵੀ ਤੁਹਾਨੂੰ ਮੈਂ ਦਊਂਗਾ ਕਿ ਅਗਰ ਹੋ ਸਕਦਾ ਕਿ ਕਿਸੇ ਹੋਰ ਦੀ ਗੱਲ ਕਰਦੇ ਹੋਣ। ਜਿਹੜੀ ਮੈਂ ਗੱਲ ਕਰਦਾ ਪਿਆ, ਇਹ ਗੱਲ ਰਾਮ ਜੇਠ ਮਦਾਨੀ ਤੋਂ ਲੈ ਕੇ ਤੇ ਦੂਜਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ, ਇਹ ਮੈਂ ਖੁਦ ਆਪਣੀ ਅੱਖੀ ਸੁਣਿਆ ਔਰ ਦੇਖਿਆ ਹੈਗਾ, ਔਰ ਉਹਦੀ ਡਿਟੇਲ ਵੀ ਕੱਢ ਕੇ ਦਿਆਂਗਾ। ਕਿਉਂਕਿ ਤੁਸੀਂ, ਮੈਂ ਇੱਕ ਹੋਰ ਕੇਸ ਦੱਸਦਾ। ਹੁਣ ਹਾਈਜੈਕਰ ਹੈਗੇ ਸੀਗੇ ਪੌਂਟਾ ਸਾਹਿਬ ਵਾਲੇ ਸਤਨਾਮ ਸਿੰਘ, ਜਿਹਦਾ ਕੇਸ ਮੈਂ ਲੜਿਆ। ਜਿਹੜਾ ਵੀਰ ਜੀ ਨੇ ਗੱਲ ਕੀਤੀ ਹੈ ਕਿ ਇਹ ਬਲਾਤਕਾਰੀ ਸੀਗਾ, ਇਹ ਮਰਡਰ ਸੀਗਾ, ਇਸ ਨੂੰ ਉਸ ਦੀ ਸਜ਼ਾ ਹੋਈ ਸੀਗੀ, ਮੈਂ ਸਮਝਦਾ ਹਾਂ ਕਿ ਡਿਫਰੈਂਟ ਕੇਸ ਹੋਏਗਾ। ਮੈਂ ਸਤਨਾਮ ਸਿੰਘ ਦੀ ਗੱਲ ਕਰਦਾ, ਪੌਂਟਾ ਸਾਹਿਬ ਦੇ ਸਾਥ ਸਤਨਾਮ ਸਿੰਘ ਜੀ, ਉਹ ਹਾਈਜੈਕ ਕਰਦੇ ਨੇ, 17 ਸਾਲ ਕੈਦ ਕੱਟ ਕੇ ਆਉਂਦੇ ਨੇ ਪਾਕਿਸਤਾਨ ਦੇ ਵਿੱਚ। ਜਿੱਦਣ ਲੈਂਡ ਕਰਦੇ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ, ਉਹਨਾਂ ਦੇ ਉੱਤੇ ਦੁਬਾਰਾ ਦੇਸ਼ ਦਰੋਹ ਦਾ ਕੇਸ ਪਾ ਕੇ ਉਸ ਤੇ ਮੁਕੱਦਮਾ ਪਾਇਆ ਜਾਂਦਾ ਔਰ ਕਿਹਾ ਜਾਂਦਾ ਕਿ ਕਿਉਂਕਿ ਤੂੰ ਇਹ ਹਾਈਜੈਕ ਕੀਤਾ ਸੀ ਤੇ ਦੁਬਾਰਾ ਹੋਏਗੀ। ਹਿੰਦੁਸਤਾਨ ਦਾ ਕਾਨੂੰਨ ਕਹਿੰਦਾ ਹੈ ਕਿ ਇੱਕ ਕੇਸ ਦੇ ਵਿੱਚ ਜੇ ਉਸ ਤੇ ਕੇਸ ਚੱਲ ਗਿਆ, ਉਹ ਸਜ਼ਾ ਭੁਗਤ ਚੁੱਕਾ, ਦੁਬਾਰਾ ਨਹੀਂ ਭੁਗਤ ਸਕਦਾ। ਉਹ ਕੇਸ ਮੈਂ ਲੜਿਆ ਔਰ ਉਹਨਾਂ ਨੂੰ ਬਰੀ ਕਰਾਇਆ। ਔਰ ਜਿਹੜੀ ਮੁਸੀਬਤ ਸਿੰਘ ਦੀ ਗੱਲ ਕੀਤੀ ਹੈ ਉਹਦਾ ਵੀ ਰਿਕਾਰਡ ਕੱਢ ਕੇ ਜ਼ਰੂਰ ਮੈਂ ਤੁਹਾਨੂੰ ਧੰਨਵਾਦ। ਠੀਕ ਹੈ ਢਿੱਲੋਂ ਸਾਹਿਬ, ਜਿਹੜੀ ਗੱਲ ਘੱਗਾ ਸਾਹਿਬ ਨੇ ਕੀਤੀ ਹੈ, ਜਿਹੜੀ ਉਹਨਾਂ ਨੇ ਕਿਹਾ ਕਿ ਵੀ ਅੰਮ੍ਰਿਤਪਾਲ ਹੋਰਾਂ ਦੇ ਤੇ ਬਾਕੀਆਂ ਦੇ ਜਿਹੜੇ ਕਿਰਪਾਨ ਤੋਂ ਇਲਾਵਾ ਹੋਰ ਵੀ ਅਸਲੇ ਜਿਹੜੇ ਉਹਨਾਂ ਨੇ ਰੱਖੇ ਹੈ ਵੀ ਹੁਣ ਮਾਡਰਨ ਹੋ ਗਏ। ਉਦੋਂ ਸਮੇਂ ਦੀ ਮੰਗ ਕੋਈ ਹੋਰ ਸੀ, ਹੁਣ ਸਮੇਂ ਦੀ ਮੰਗ ਕੁਝ ਹੋਰ ਹੈ। ਦੇਖੋ ਗੱਲ ਇਹ ਆ ਬੜੀ ਸਿੰਪਲ ਵੀ ਅੱਜ ਦੁਨੀਆ ਦੇ ਵਿੱਚ ਜਿਹੜੀ ਵਾਇਲੈਂਸ ਹੋ ਰਹੀ ਆ ਕੌਣ ਕਰ ਰਿਹਾ? ਵਾਇਲੈਂਸ ਜਿਹੜੀ ਆ ਨੇਸ਼ਨ ਸਟੇਟਸ ਕਰ ਰਹੀਆਂ, ਸਾਰੀ ਦੁਨੀਆ ਦੇ ਵਿੱਚ ਹੋ ਰਿਹਾ। ਕੱਲੇ ਹਿੰਦੁਸਤਾਨ 'ਚ ਨਹੀਂ ਹੋ ਰਿਹਾ, ਅਮਰੀਕਾ ਵਿੱਚ ਵੀ ਹੋ ਰਿਹਾ, ਦੂਜੇ ਹੋਰ ਮੁਲਕਾਂ ਦੇ ਵਿੱਚ ਜਿਹੜੀਆਂ ਬੜੀਆਂ ਆਪਣੇ ਆਪ ਨੂੰ ਕਹਿੰਦੀਆਂ ਅਸੀਂ ਐਡਵਾਂਸ ਡੈਮੋਕ੍ਰੇਸੀਜ਼ ਆ, ਉਹ ਮੈਜੋਰਿਟੇਰੀਅਨਿਜ਼ਮ ਹੈ। ਮੈਜੋਰਿਟੇਰੀਅਨਿਜ਼ਮ ਦੇ ਵਿੱਚ ਜਿਹੜੀਆਂ ਮਿਨੋਰਟੀਜ਼ ਆ ਉਹ ਕ੍ਰਸ਼ ਹੋ ਰਹੀਆਂ। ਮੈਂ ਘੱਗਾ ਸਾਹਿਬ ਨੂੰ ਪੁੱਛਣਾ ਚਾਹੁੰਦਾ
ਵੀ ਜਿਹੜੀ ਨੇਸ਼ਨ ਸਟੇਟ ਦਾ ਕਨਸੈਪਟ 19th ਸੈਂਚੁਰੀ ਦਾ, ਉਸ ਤੋਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ। ਜਿਹੜੀ ਫਸਟ ਵਰਲਡ ਵਾਰ ਹੋਈ ਉਹ ਕਿਸ ਚੀਜ਼ ਦੇ ਉੱਤੇ ਲੜੀ ਗਈ? ਧਰਮ ਦੇ ਨਾਂ ਤੇ ਨਹੀਂ ਲੜੀ ਗਈ। ਉਹ ਨੇਸ਼ਨ ਸਟੇਟ, ਵਨ ਨੇਸ਼ਨ ਫਾਈਟਿੰਗ ਅਗੇਂਸਟ ਅਨਦਰ ਨੇਸ਼ਨ। ਇੱਕ ਪਾਸੇ ਵੀ ਕ੍ਰਿਸਚਨ, ਦੂਜੇ ਪਾਸੇ ਵੀ ਕ੍ਰਿਸਚਨ। ਉੱਥੇ ਵੀ ਟੱਲੀਆਂ ਚਰਚ 'ਚ ਵੱਜ ਰਹੀਆਂ, ਉੱਥੇ ਵੀ ਟੱਲੀਆਂ ਚਰਚ 'ਚ ਵੱਜ ਰਹੀਆਂ। ਸਭ ਤੋਂ ਵੱਧ ਹਿਊਮੈਨਿਟੀ ਦਾ ਨੁਕਸਾਨ ਜੇ ਕੀਤਾ ਤਾਂ ਨੈਸ਼ਨਲਿਜ਼ਮ ਨੇ ਕੀਤਾ। ਇਹ ਮੇਰਾ ਖਿਆਲ ਹੈ ਘੱਗਾ ਸਾਹਿਬ ਦੀ ਲਿਮਿਟਿਡ ਜੀ ਨੌਲੇਜ ਆ, ਆਪਣੇ ਆਪ ਨੂੰ ਪ੍ਰੋਫੈਸਰ ਤਾਂ ਕਹਿੰਦੇ ਆ, ਮੁਬਾਰਕ ਆ ਇਹਨਾਂ ਨੂੰ ਇਸ ਗੱਲ ਲਈ। ਪਰ ਅੱਜ ਜਿਹੜੀ ਸਟੇਟ ਹੈ ਉਹ ਸਭ ਤੋਂ ਜ਼ਿਆਦਾ ਰਿਪਰੈਸਿਵ ਤੇ ਓਪਰੈਸਿਵ ਤੇ ਵਾਇਲੈਂਟ ਹੈਗੀ ਹੈ। ਮੈਂ ਪੁੱਛਣਾ ਚਾਹੁੰਦਾ 1984 ਦੇ ਵਿੱਚ ਜੋ ਕਤਲੋਗਾਰਤ ਦਿੱਲੀ ਤੇ ਦਿੱਲੀ ਤੋਂ ਬਾਹਰ ਸਿੱਖਾਂ ਦਾ ਹੋਇਆ, ਉਹਦੇ ਵਿੱਚ ਨਿਰਦੋਸ਼ ਸਿੱਖਾਂ ਨੇ ਕਿਹੜੇ ਹਥਿਆਰ ਚੱਕੇ ਸੀ, ਕਿਹੜੀ ਉਹਨਾਂ ਨੇ ਵਾਇਲੈਂਸ ਕੀਤੀ ਸੀ? ਅੱਜ ਤੱਕ ਸਿੱਖਾਂ ਨੂੰ ਉਸ ਗੱਲ ਦਾ ਇਨਸਾਫ ਨਹੀਂ ਮਿਲਿਆ। ਇਸੇ ਤਰੀਕੇ ਗੁਜਰਾਤ ਦੇ ਵਿੱਚ ਤੁਸੀਂ ਲੈ ਲਓ, ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਜਿਹੜਾ ਕਤਲੋਗਾਰਤ ਕੀਤਾ ਗਿਆ ਮੋਦੀ ਸਾਹਿਬ ਦੇ ਪੀਰੀਅਡ ਦੇ ਵਿੱਚ, ਤਾਂ ਉਹਦੇ ਵਿੱਚ ਕੀ ਕਸੂਰ ਸੀ? ਬੇਗੁਨਾਹ ਮੁਸਲਮਾਨਾਂ ਦਾ, ਜਿਨ੍ਹਾਂ ਦਾ ਵਿਚਾਰਿਆਂ ਦਾ ਕਤਲੋਗਾਰਤ ਕਰਤਾ, ਜਿਨ੍ਹਾਂ ਦੇ ਘਰ ਉਜਾੜ ਦਿੱਤੇ, ਜਿਨ੍ਹਾਂ ਦੀ ਸਾਰੀਆਂ ਪ੍ਰਾਪਰਟੀਆਂ ਤਬਾਹ ਕਰਤੀਆਂ, ਪ੍ਰੋਫੈਸ਼ਨ ਉਹਨਾਂ ਦੇ ਖਤਮ ਕਰ ਦਿੱਤੇ। ਇਸੇ ਤਰੀਕੇ ਦੇ ਨਾਲ ਹੁਣ ਵੀ ਜਿਹੜਾ ਦਿੱਲੀ ਦੇ ਵਿੱਚ ਵਿਚਾਰੀਆਂ ਵਿਧਵਾ ਕਾਲੋਨੀਜ਼ ਆ, ਬੜੀ ਸ਼ਰਮ ਵਾਲੀ ਗੱਲ ਆ, ਬੜੀ ਦੁੱਖ ਵਾਲੀ ਗੱਲ ਆ ਕਿ ਅੱਜ ਵੀ ਉਹ ਵਿਧਵਾ ਕਾਲੋਨੀਜ਼ ਐਗਜ਼ਿਸਟ ਕਰਦੀਆਂ ਦਿੱਲੀ ਦੇ ਵਿੱਚ। ਤਾਂ ਇਸੇ ਤਰੀਕੇ ਦੇ ਨਾਲ ਜੋ ਕਾਲਿਆਂ ਨਾਲ ਕਤਲੋਗਾਰਤ ਹੋ ਰਿਹਾ ਅਮਰੀਕਾ ਦੇ ਵਿੱਚ, ਕਿਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਆ? ਕਿਹੜਾ ਇਨਸਾਫ ਉਹਨਾਂ ਨੂੰ ਕਾਲਿਆਂ ਨੂੰ ਮਿਲ ਰਿਹਾ? ਔਰ ਮੈਂ ਇੱਥੇ ਦੱਸਣਾ ਚਾਹੁੰਦਾ, ਇਸੇ ਤਰੀਕੇ ਦੀ ਇੱਕ ਬਹੁਤ ਖੂਬਸੂਰਤ ਕਿਤਾਬ ਆਈ ਹੈ, ਕਲੈਸ਼ ਆਫ ਸਿਵਲਾਈਜੇਸ਼ਨਸ। ਸੈਮੂਅਲ ਹੰਟਿੰਗਟਨ ਦੀ ਕਿਤਾਬ ਆ, ਜਿਹੜਾ ਹਾਰਵਰਡ ਯੂਨੀਵਰਸਿਟੀ ਦਾ ਪ੍ਰੋਫੈਸਰ ਸੀ, ਉਹਦੀ ਡੈਥ ਹੋ ਗਈ 2 ਸਾਲ ਪਹਿਲਾਂ। ਉਸਨੇ ਇਹ ਸਾਰੀ ਕਿਰਿਆ ਲਿਖੀ ਹੈ, ਜਿਸ ਦੇ ਵਿੱਚ ਉਸਨੇ ਖੁੱਲ ਕੇ ਲਿਖਿਆ ਵੀ ਆਉਣ ਵਾਲੇ ਵਕਤ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਉਹ ਬੜੇ ਡੇਂਜਰ ਦੇ ਵਿੱਚ ਆ ਔਰ ਉਹਨਾਂ ਨੇ ਐਲੀਮੀਨੇਟ ਹੋ ਜਾਣਾ। ਕਲੈਸ਼ ਜਿਹੜੀਆਂ ਤਾਕਤਵਰ ਸਿਵਲਾਈਜੇਸ਼ਨ ਦਾ, ਤਾਕਤਵਰ ਜਿਹੜੀਆਂ ਕੌਮਾਂ, ਉਹਨਾਂ ਨੇ ਘੱਟ ਗਿਣਤੀਆਂ ਨੂੰ, ਜਿਨ੍ਹਾਂ ਦੇ ਕੋਲ ਸਿਆਸੀ ਤਾਕਤ ਨਹੀਂ ਹੈ, ਉਹਨਾਂ ਨੂੰ ਹੜਪ ਕਰ ਲੈਣਾ। ਤਾਂ ਇਹ ਇੱਕ ਸਿੱਖਾਂ ਦੇ ਪ੍ਰਤੀ ਢਿੱਲੋਂ ਸਾਹਿਬ ਜਿਹੜੇ ਜਿਸ ਹਵਾਲੇ ਸੁਣਤਾ ਲਾਓ ਜੀ, ਅਮਰੀਕਾ ਦੇ ਵਿੱਚ ਹਾਂਜੀ ਇਹ ਟੂ ਦੀ ਗੱਲ ਕਰਵਾਓ। ਇਹ ਤਾਂ ਲੰਮੀ ਕਹਾਣੀ, ਇਤਿਹਾਸ ਦੀ ਐਡੀ ਲੰਬੀ ਕੌਣ ਸੁਣੇ ਬੈਠ ਕੇ ਕਹਾਣੀ ਇਹਨਾਂ ਦੀ? ਚਲੋ ਤੁਸੀਂ, ਮੈਂ ਚੁੱਪ ਕਰ ਜਾਂਦਾ, ਤੁਸੀਂ ਸੁਣਾ ਲਓ ਆਪਣੀ ਕਹਾਣੀ, ਤੁਸੀਂ ਸੁਣਾ ਲਓ ਆਪਣੀ ਕਹਾਣੀ। ਉਹ ਵੀ ਹਾਂ ਸੁਣਾ ਲਵਾਂਗੇ। ਚਲੋ ਪਹਿਲੀ ਗੱਲ ਤਾਂ ਇਹ ਹੈ ਢਿੱਲੋਂ ਸਾਹਿਬ, ਇਹਨਾਂ ਨੂੰ ਇਹ ਵੀ ਬੋਲਣ ਦਾ ਪਤਾ ਨਹੀਂ, ਇਹ ਪਤਾ ਨਹੀਂ ਕੌਣ ਹੈ ਇੰਦਰ ਸਿੰਘ ਅੱਗਾ, ਕਿੱਥੋਂ ਪ੍ਰੋਫੈਸਰ ਬਣ ਗਿਆ। ਇਹ ਗੱਲਾਂ ਨੇ ਕਿਉਂ ਕਰਨ ਵਾਲੀਆਂ? ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਪ੍ਰੋਫੈਸਰ ਚੁਣਿਆ ਤੇ ਕਾਲਜਾਂ ਦੇ ਵਿੱਚ ਮੈਂ 25 ਸਾਲ ਤੱਕ ਲਗਾਤਾਰ ਪੜ੍ਹਾਉਂਦਾ ਰਿਹਾ। ਇੱਥੇ ਇਹ ਗੱਲ ਛੇੜਨ ਦੀ ਕੀ ਲੋੜ ਪਈ ਸੀ? ਤਾਂ ਇਹ ਲੋਕ ਮੁੱਦੇ ਤੋਂ ਗੱਲ ਨੂੰ ਭਟਕਾ ਕੇ ਹੋਰ ਪਾਸੇ ਲੈ ਕੇ ਜਾਂਦੇ ਨੇ। ਰਹੀ ਗੱਲ ਹਥਿਆਰਾਂ ਦੀ ਜਿਹੜੀ ਇਹ ਕਰਦੇ ਨੇ, ਇੱਕ ਪਾਸੇ ਤਾਂ ਸਾਰੇ ਪਾਸੇ ਕਹਿੰਦੇ ਨੇ ਕਿ ਧਰਮਾਂ ਤੋਂ ਇੱਕੋ ਧਰਮ ਵਾਲੇ ਆਪਸ 'ਚ ਵੀ ਲੜੇ ਨੇ, ਈਸਾਈ ਉਧਰ ਵੀ ਈਸਾਈ ਨੇ, ਉਧਰ ਵੀ ਈਸਾਈ ਨੇ ਆਪਸ 'ਚ ਲੜੇ ਨੇ, ਉਧਰ ਵੀ ਮੁਸਲਮਾਨ ਨੇ, ਉਧਰ ਵੀ ਮੁਸਲਮਾਨ ਨੇ। ਆਪਾਂ ਗੱਲ ਕਰ ਰਹੇ ਹਾਂ ਆਪਣੀ ਇੱਥੇ ਦੀ, ਜਿਹੜਾ ਜਥੇਦਾਰ ਨੇ ਬਿਆਨ ਦਿੱਤਾ ਹੈ ਉਸ ਨੁਕਤੇ ਦੇ ਉੱਤੇ ਆਉਣ ਨੂੰ ਤਿਆਰ ਨਹੀਂ ਹੈਗੇ ਕਿ ਉਂਝ ਇਹ ਬਹੁਤ ਵੱਡੇ ਪ੍ਰੋਫੈਸਰ ਨੇ, ਰਿਟਾਇਰ ਨੇ, ਸਾਰਾ ਕੁਝ ਮੈਂ ਜਾਣਦਾ ਇਹਨਾਂ ਬਾਰੇ। ਗੱਲ ਇਹ ਹੈ ਭਾਰਤ ਸਰਕਾਰ ਦੀ ਜੋ ਅੱਜ ਤਾਕਤ ਹੈ ਦਿੱਲੀ ਦੇ ਵਿੱਚ ਕੇ ਹਟੇ ਨੇ, ਵਿਧਵਾ ਕਲੋਨੀ ਬਣੀ ਹੋਈ ਹੈ ਤੇ ਤੁਸੀਂ ਹਥਿਆਰ ਚਕਵਾ ਕੇ ਮੁੰਡਿਆਂ ਨੂੰ ਹੋਰ ਵਿਧਵਾ ਕਲੋਨੀਆਂ ਬਣਾਉਣੀਆਂ ਚਾਹੁੰਦੇ ਹੋ ਤੇ ਇੱਕ ਪਾਸੇ ਜੇਲ੍ਹਾਂ ਚੋਂ ਰਿਹਾ ਕਰਾਉਣ ਵਾਸਤੇ ਮੋਰਚੇ ਲਾਈ ਬੈਠੇ ਹੋ ਤੇ ਹੁਣ ਹੋਰਾਂ ਨੂੰ ਜੇਲ੍ਹਾਂ 'ਚ ਭੇਜਣਾ ਚਾਹੁੰਦੇ ਹੋ। ਇੱਕ ਪਾਸੇ ਸਾਡੇ 2 ਲੱਖ ਮੁੰਡੇ ਕਤਲ ਕਰਤੇ ਸਰਕਾਰ ਨੇ, ਹੁਣ ਹੋਰ ਕਤਲ ਕਰਵਾਉਣਾ ਚਾਹੁੰਦੇ ਹੋ। ਤੇ ਆਪਣੀ ਔਕਾਤ ਨੂੰ ਦੇਖ ਕੇ, ਆਪਣੀ ਤਾਕਤ ਨੂੰ ਦੇਖ ਕੇ ਕੰਮ ਕਰੋ ਕਿ ਸ਼ਾਂਤਮਈ ਢੰਗ ਦੇ ਨਾਲ ਭਾਰਤੀ ਸੰਵਿਧਾਨ ਦੇ ਮੁਤਾਬਕ ਉਸ ਦਾਇਰੇ 'ਚ ਰਹਿ ਕੇ ਆਪਣੀਆਂ ਮੰਗਾਂ ਬਰਬਾਉਣੀਆਂ ਨੇ। ਇਹ ਕੋਰਾ ਝੂਠ ਹੈ ਕਿ ਸਿੱਖਾਂ ਨਾਲ ਧੱਕਾ ਹੋ ਰਿਹਾ, ਜਾਤੀ ਹੋ ਰਹੀ ਹੈ। ਇੱਕ ਅੱਧਾ ਬੰਦਾ ਜੇ ਕਿਤੇ ਕੋਈ ਮਾਰਿਆ ਗਿਆ ਤਾਂ ਉਹ ਸਾਰੇ ਸਿੱਖਾਂ ਨੂੰ ਨਹੀਂ ਮਾਰ ਰਹੇ, ਉਹਨੂੰ ਦੋਸ਼ ਦੇ ਕਾਰਨ ਜਾਂ ਕਿਸੇ ਗਲਤ ਫਹਿਮੀ ਦੇ ਕਾਰਨ ਜੇ ਉਹਨੂੰ ਮਾਰ ਦਿੱਤਾ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਰੇ ਸਿੱਖ ਕੌਮ ਨੂੰ ਮਾਰ ਰਹੇ ਨੇ। ਸਿੱਖ ਵੱਡੇ ਵੱਡੇ ਅਹੁਦਿਆਂ ਤੇ ਵੀ ਲੱਗੇ ਹੋਏ ਨੇ। ਭਾਰਤ ਦਾ ਰਾਸ਼ਟਰਪਤੀ ਵੀ ਸਿੱਖ ਰਹਿ ਚੁੱਕਿਆ ਹੈ, ਭਾਰਤ ਦਾ ਪ੍ਰਧਾਨ ਮੰਤਰੀ ਵੀ ਸਿੱਖ ਰਹਿ ਚੁੱਕਿਆ ਹੈ ਤੇ ਸਪੀਕਰ ਵੀ ਰਹਿ ਚੁੱਕਿਆ ਹੈ ਤੇ ਬੜੇ ਬੜੇ IAS PC ਅਫਸਰ
ਫੌਜ ਦੇ ਅਫਸਰ ਉਹ ਵੱਡੇ ਵੱਡੇ ਅਹੁਦਿਆਂ ਤੇ ਸਿੱਖ ਰਹਿ ਚੁੱਕੇ ਨੇ, ਉਧਰਲੇ ਪਾਸੇ ਇਹਨਾਂ ਦਾ ਧਿਆਨ ਕਿਉਂ ਨਹੀਂ ਜਾਂਦਾ? ਇਹ ਨੌਜਵਾਨ ਮੁੰਡਿਆਂ ਨੂੰ ਜਿਹੜੇ ਅਣਜਾਣ ਨੇ ਉਹਨਾਂ ਨੂੰ ਹਥਿਆਰ ਚੱਕਣ ਵਾਸਤੇ ਉਤੇਜਿਤ ਕਰ ਰਹੇ ਨੇ। ਯਾਦ ਰੱਖਣ ਕਿ ਹੋਰ ਇੱਕ ਨਵਾਂ ਜਿਹੜਾ ਘੱਲੂਘਾਰਾ ਇੱਥੇ ਬਣਾਉਣ ਦਾ ਰਾਹ ਪੱਧਰਾ ਨਾ ਕਰਨ। ਵਿਦਵਾਨਾਂ ਦਾ ਇਹ ਕੰਮ ਨਹੀਂ ਹੁੰਦਾ ਜਿਹੜੇ ਢਿੱਲੋਂ ਜੀ ਕਰ ਰਹੇ ਨੇ। ਮੈਂ ਵੈਸੇ ਇਹਨਾਂ ਨਾਲ ਕਿਸਮ ਦੀ ਬੇਹੂਦਾ ਜਿਵੇਂ ਧੱਗਾ ਸਾਹਿਬ ਨੇ ਕਿਹਾ, ਮੈਂ ਸਮਝ ਰਿਹਾ ਕਿ ਬਈ ਇਹ ਤੁਸੀਂ ਕਹਿ ਰਹੇ ਹੋ ਕਿ ਅਸੀਂ ਬੱਚਿਆਂ ਨੂੰ ਮਰਵਾਉਣ ਦੀ ਗੱਲ ਕਰ ਰਹੇ ਹਾਂ। ਮੈਂ ਸਮਝਦਾ ਕਿ ਦਿੱਲੀ ਦੇ ਵਿੱਚ 1981 ਜਿੱਦਣ ਮੇਰੇ ਪਿਤਾ ਦਾ ਕਤਲ ਹੋਇਆ, ਉਸ ਤੋਂ ਬਾਅਦ ਕਿਹੜੀ 84 ਦੀ ਲੜਾਈ ਅਸੀਂ ਨਹੀਂ ਲੜੀ। ਅਸੀਂ ਕਿਸ ਤਰੀਕੇ ਨਾਲ ਸਰਕਾਰਾਂ ਕੋਲੋਂ ਇਨਸਾਫ ਲੈਣ 'ਚ ਕਾਮਯਾਬ ਹੋਏ ਆ। ਅਸੀਂ ਕੋਈ ਹਥਿਆਰਾਂ ਦੀ ਗੱਲ ਨਹੀਂ ਕੀਤੀ, ਔਰ ਅੱਜ ਤੱਕ ਇਹ ਰਿਕਾਰਡ ਹੈ ਕਿ ਕਿੱਡੇ ਮੋਰਚੇ ਲੜਕਾਰੀਆਂ ਤੋਂ ਲੈ ਕੇ ਤੇ ਕਿੰਨਾ ਕੁਝ ਕੀਤਾ ਹੋਗਾ। ਨਾ ਕਿਤੇ ਬੱਚੇ ਮਰਵਾਏ, ਨਾ ਕਿਤੇ ਬੱਚੇ ਫਸਾਏ, ਲੇਕਿਨ ਇਹ ਕਹਿ ਦੇਣਾ ਕਿ ਅਸੀਂ ਹੁਣ ਡਰ ਕੇ ਘਰ 'ਚ ਬਹਿ ਜਾਈਏ, ਅਸੀਂ ਆਪਣੀ ਜ਼ੁਬਾਨ ਵੀ ਨਾ ਖੋਲੀਏ, ਅਸੀਂ ਆਪਣੇ ਗੁਰੂ ਦੀ ਬਖਸ਼ੀ ਹੋਈ ਜਿਹੜੀ ਤੁਹਾਨੂੰ ਕੋਈ ਚੀਜ਼ ਦਿੱਤੀ ਗਈ ਹੈ, ਅਸੀਂ ਉਹ ਸ਼ਸਤਰ ਮਾਰਨ ਲਈ ਨਹੀਂ ਚੁੱਕਦੇ ਪਏ। ਮੈਂ ਸਮਝਦਾ ਵਾਂ ਕਿ ਇਹ ਸ਼ਸਤਰ ਜਿਹੜੇ ਨੇ ਇਹ ਸਾਡਾ ਇੱਕ ਅੰਗ ਹੈ ਸਰੀਰ ਦਾ, ਅਸੀਂ ਉਸ ਨੂੰ ਐਜ਼ ਏ ਅੰਗ ਆਪਣਾ ਯੂਜ਼ ਕਰਦੇ ਹਾਂ। ਸਾਹਿਬ ਉਹ ਕਹਿੰਦੇ, ਉਹਨਾਂ ਨੇ ਇੱਕ ਗੱਲ ਹੋਰ ਵੀ ਕੀਤੀ ਨਾ ਕਿ ਇਹਨਾਂ ਦਾ ਮਾਡਰਨਾਈਜ਼ ਕਰਨਾ ਵੀ ਇਹਨਾਂ ਨੂੰ ਬਹੁਤ ਜ਼ਰੂਰੀ ਹੈ, ਇਹਨਾਂ ਨੂੰ ਆਧੁਨਿਕ ਕਰਨਾ ਵੀ ਜ਼ਰੂਰੀ ਹੈ। ਕਿ ਤਲਵਾਰਾਂ ਦੇ ਸਮੇਂ 'ਚ ਤਲਵਾਰ ਤੇ ਕਿਰਪਾਨ ਦੀ ਅਹਿਮੀਅਤ ਸੀਗੀ ਤੇ ਅੱਜ ਜ਼ਮਾਨਾ ਹੋਰ ਹੈ। ਮੈਂ ਸਮਝਦਾ ਵਾਂ ਉਹ ਤੇ ਗੁਰੂ ਨੇ ਵੀ ਕਿਹਾ ਸੀ ਕਿ ਮਾਡਰਨਾਈਜ਼ ਹੋਣਾ ਚਾਹੀਦਾ। ਜੇ ਗੁਰੂ ਸਾਹਿਬ ਉਸ ਵੇਲੇ ਸਮਝਦੇ ਕਿਰਪਾਨ ਹਟਾ ਕੇ ਸਾਨੂੰ ਪਿਸਤੌਲ ਪਵਾਉਣਾ ਤੇ ਕਹਿ ਦਿੰਦੇ, ਲੇਕਿਨ ਪਿਸਤੌਲ ਨਹੀਂ ਉਹਨਾਂ ਨੇ ਪਵਾਇਆ। ਇਹ ਕਿਹਾ ਕਿ ਚੰਗੀਆਂ ਤੋਂ ਚੰਗੀਆਂ ਘੋੜੇ, ਚੰਗੀ ਤੋਂ ਚੰਗੀ ਬੰਦੂਕ, ਚੰਗੀ ਤੋਂ ਚੰਗੀ ਤੋਪ ਲਿਆ ਕੇ ਸਾਨੂੰ ਦਿਓ, ਲੇਕਿਨ ਸਾਨੂੰ ਸ਼ਸਤਰ ਕਿਰਪਾਨ ਹੀ ਬਖਸ਼ਿਆ ਸੀਗਾ। ਸੋ ਮੈਂ ਸਮਝਦਾ ਵਾਂ ਕਿ ਅਨਵਾਂਟਡ ਕੰਟਰੋਵਰਸੀ ਹੈ, ਇਹਦੇ ਜਥੇਦਾਰ ਸਾਹਿਬ ਨੇ ਕੋਈ ਦੱਸਦਾ ਮੇਰਾ ਇਹ ਮੇਰੀ ਰਾਏ ਹੋ ਸਕਦਾ ਮੈਂ ਗਲਤ ਹਾਂ। ਇੱਕ ਮਿੰਟ ਮੈਂ ਇਹ ਗੱਲ ਦੱਸਣੀ ਚਾਹੁੰਦਾ ਢਿੱਲੋਂ ਸਾਹਿਬ ਘੱਗਾ ਜੀ ਨੂੰ ਕਿ ਜੇ ਪੰਜਾਬ ਦੇ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ ਹੋਈ ਆ ਰਿਵਰ ਵਾਟਰ ਦੇ ਉੱਤੇ, ਘੱਗਾ ਜੀ ਨੇ ਸ਼ਾਇਦ ਕਨਸਟੀਟਿਊਸ਼ਨ ਦੇਖਿਆ ਵੀ ਨਹੀਂ ਹੈਗਾ, ਔਰ ਉਹਨਾਂ ਨੂੰ ਪਤਾ ਨਹੀਂ ਰੇਡੀਓ ਤੇ ਤੁਸੀਂ ਆਪਣੇ ਆਪ ਨੂੰ ਡਾਕਟਰ ਤੇ ਪ੍ਰੋਫੈਸਰ ਅਖਵਾਉਂਦੇ ਹੋ, ਪਹਿਲਾਂ ਸੱਭਿਅਕ ਭਾਸ਼ਾ ਬੋਲਣੀ ਸਿੱਖ ਲਓ। ਅਪਮਾਨਜਨਕ ਸ਼ਬਦ ਇਹ ਬੋਲੋਗੇ ਜਵਾਬ ਨਹੀਂ ਦੇਣਾ। ਉਹ ਸੁਣ ਤਾਂ ਸਹੀ, ਦੁਨੀਆ ਦੇ ਇਤਿਹਾਸ ਦੇ ਵਿੱਚ ਜਿਹੜੇ ਇਹ ਮੈਂ ਨਹੀਂ ਸੁਣੂਗਾ, ਇਹਨਾਂ ਦੀ ਲੋੜ ਨਹੀਂ ਹੈ ਮੈਨੂੰ। ਚਲੋ ਆਪਾਂ ਤੂੰ ਤਰਾਕ ਦੇ ਵਿੱਚ ਨਾ ਪਈਏ। ਦੁਨੀਆ ਦੇ ਇਤਿਹਾਸ ਦੇ ਵਿੱਚ ਜੇ ਰਿਵਰ ਵਾਟਰ ਦੀ ਐਕਸਪਲੋਇਟੇਸ਼ਨ ਕਿਸੇ ਖਿੱਤੇ ਨਾਲ ਦੁਨੀਆ ਦੇ ਇਤਿਹਾਸ ਦੇ ਵਿੱਚ ਹੋਈ ਹੈ ਤਾਂ ਪੰਜਾਬ ਦੇ ਨਾਲ ਹੋਈ ਹੈ। ਕਿਉਂ ਹੋਈ ਹੈ ਪੰਜਾਬ ਦੇ ਨਾਲ? ਕਿਉਂਕਿ ਇੱਥੇ ਮੈਜੋਰਿਟੀ ਸਿੱਖ ਵਸਦੇ ਆ ਔਰ ਉਹਨਾਂ ਦਾ ਜਿਹੜਾ ਪ੍ਰੋਫੈਸ਼ਨ ਆ ਉਹ ਐਗਰੀਕਲਚਰ ਹੈ। ਇਸੇ ਤਰੀਕੇ ਦੇ ਨਾਲ ਦੁਨੀਆ ਦੇ ਕਿਸੇ ਹੋਰ ਖਿੱਤੇ ਦੇ ਵਿੱਚ ਪਾਣੀ ਦੇ ਉੱਤੇ ਇਸ ਕਿਸਮ ਦੀ ਅਨਕਨਸਟੀਟਿਊਸ਼ਨੈਲਿਟੀ ਨਹੀਂ ਹੋਈ। ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ 3 ਧਾਰਾਵਾਂ ਪਾਤੀਆਂ 77, 79, 80, ਜਿਸ ਦੇ ਮੁਤਾਬਕ ਜਿਹੜੀਆਂ ਸਟੇਟ ਪੰਜਾਬ ਦਾ ਰਾਈਟ ਆਫ ਡਿਸਟ੍ਰੀਬਿਊਸ਼ਨ ਆਫ ਰਿਵਰ ਵਾਟਰ, ਡਿਵੈਲਪਮੈਂਟ ਆਫ ਪੰਜਾਬ ਰਿਵਰ ਔਰ ਕੰਟਰੋਲ ਆਫ ਹੈਡ ਵੈਲਥ ਖੋ ਕੇ ਲੈ ਗਿਆ ਅਨਕਨਸਟੀਟਿਊਸ਼ਨਲੀ ਸੈਂਟਰਲ ਸਰਕਾਰ, ਜਿਸ ਨੂੰ ਇਹ ਘੱਗਾ ਕਹਿ ਰਿਹਾ ਵੀ ਫਲਾਣਾ ਫਲਾਣੇ ਅਹੁਦੇ ਤੇ ਰਿਹਾ, ਫਲਾਣਾ ਫਲਾਣੇ ਅਹੁਦੇ ਤੇ ਰਿਹਾ। ਉਹਨਾਂ ਸਾਰਿਆਂ ਨੇ ਬੇਈਮਾਨੀ ਕੀਤੀ ਹੈ ਪੰਜਾਬ ਦੇ ਨਾਲ, ਉਹਨਾਂ ਨੇ ਸਾਰਿਆਂ ਨੇ ਧੋਖਾਧੜੀ ਕੀਤੀ ਹੈ ਪੰਜਾਬ ਦੇ ਨਾਲ। ਪੰਜਾਬ ਦੇ ਪਾਣੀਆਂ ਦਾ ਇਸ਼ੂ ਸੁਪਰੀਮ ਕੋਰਟ ਚੋਂ ਕਿਹਨੇ ਵਿਡਰਾ ਕੀਤਾ ਸੀ? ਘੱਗਾ ਜੀ ਦੱਸੋ, ਜੇ ਕਦੇ ਪੜਿਆ ਕੋਈ ਗੱਲ ਬਸ ਕਰੀ ਜਾਂਦੇ ਹੋ, ਉਸਦਾ ਤਾਂ ਕੋਈ ਫਾਇਦਾ ਨਹੀਂ ਹੈ। ਸਵਾਲ ਇਹ ਦੀ ਨੌਕਰੀ ਕਰਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਏ ਹੋ, 35 ਸਾਲ ਤੁਸੀਂ ਵੀ ਉਹਨਾਂ ਦੇ ਤਲਵੇ ਚੱਟੇ ਨੇ, ਤੇ ਜੇ ਸਰਕਾਰ ਦੀ ਨੌਕਰੀ ਮੈਂ ਅੱਜ ਤੱਕ ਕਿਸੇ ਦੇ ਮੈਂ ਉੱਥੇ ਰਹਿੰਦਾ ਹੋਇਆ ਰਿਟਾਇਰ ਹੋਣ ਤੋਂ ਬਾਅਦ ਗੱਲ ਕਰਦਾ ਰਿਹਾ। ਮੇਰੇ ਅਖਬਾਰਾਂ 'ਚ ਆਰਟੀਕਲ ਪੜ੍ਹਨਾ ਸੈਂਕੜੇ ਲਿਖੇ ਹੋਏ ਆ।
ਜਿਹੜੀ ਤੁਸੀਂ ਖੇ ਉਡਾਈ ਆ, ਮੈਂ ਚੰਗੀ ਤਰ੍ਹਾਂ ਪੜ੍ਹੀ ਹੋਈ ਹੈ। ਆ ਜਿਹੜਾ ਅੱਜ ਬੋਲ ਰਹੇ ਹੋ ਅੰਗਰੇਜ਼ੀ ਤੋਂ ABC ਵੀ ਨਹੀਂ ਪੜ੍ਹ ਸਕਦਾ, ਐਵੇਂ ਬਕਬਕ ਕਰੀ ਜਾਂਦਾ। ਆ ਤੂੰ ਜਿਆਦਾ ਪੜ੍ਹੀ ਨਹੀਂ, ਤੂੰ ਅੰਗਰੇਜ਼ੀ ਸਮਝੀ ਨਹੀਂ, ਤੂੰ ਇੰਡੀਅਨ ਕਨਸਟੀਟਿਊਸ਼ਨ ਪੜ੍ਹਿਆ ਨਹੀਂ, ਤੂੰ ਰਿਵਰ ਵਾਟਰ ਇਸ਼ੂ ਤੇ ਤੈਨੂੰ ਨਹੀਂ ਪਤਾ। ਸਾਡਾ ਨਾਸ ਮਾਰ ਕੇ ਰੱਖਤਾ ਸਿੱਖਾਂ ਦਾ। ਢਿੱਲੋਂ ਸਾਹਿਬ ਤੇਰਾ ਨਾਸ ਤੂੰ ਫਿਰ ਆਪਣੇ ਆਪ ਨੂੰ ਪ੍ਰੋਫੈਸਰ ਕਿਉਂ ਕਹਿੰਦਾ ਜੇ ਪੜ੍ਹਿਆ ਲਿਖਿਆ ਨਹੀਂ? ਮੈਂ ਤੈਨੂੰ ਜਾਣਦਾ ਚੰਗੀ ਤਰ੍ਹਾਂ। ਤੂੰ ਆਪਣੀ ਦਾੜੀ ਰੰਗੀ ਫਿਰਦਾ ਤੇ ਦਾੜੀ ਬੰਨੀ ਫਿਰਦਾ, ਕਿਰਪਾਨ ਤੂੰ ਨਹੀਂ ਪਾਈ ਤੇ ਕਿਰਪਾਨ ਦੀ ਹਮਾਇਤ ਆ ਜਾਣਾ, ਮੈਨੂੰ ਪਤਾ ਚੰਗੀ ਤਰ੍ਹਾਂ ਤੇਰਾ। ਮੈਂ ਇੱਕ ਬੇਨਤੀ ਕਰਾਂਗਾ ਜੀ, ਆਪਾਂ ਮਰਿਆਦਾ ਬਣਾ ਕੇ ਰੱਖੀਏ, ਆਪਾਂ ਇਸ ਤਰੀਕੇ ਦਾ ਸੱਭਿਅਕ ਸ਼ਬਦਾਂ ਦਾ ਇਸਤੇਮਾਲ ਨਾ ਕਰੀਏ। ਮੈਂ ਤਾਂ ਹੀ ਕਹਾਂ, ਮੈਂ ਤੈਨੂੰ ਜਾਣਦਾ, ਨੇੜੇ ਹੋ ਕੇ ਵੇਖਿਆ, ਘਰੇ ਬੈਠ ਕੇ ਗੱਪਾਂ ਮਾਰੀ ਜਾਂਦਾ, ਬਾਹਰ ਨਿਕਲ ਕੇ ਕੰਮ ਕਰਕੇ ਦਿਖਾ ਕੋਈ। ਮੈਂ ਬਥੇਰਾ ਕੰਮ ਕੀਤਾ, 8 ਕਿਤਾਬਾਂ ਲਿਖੀਆਂ, ਮੈਂ ਵਾਈਟ ਪੇਪਰ ਲਿਖ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲਿਖ ਕੇ ਦਿਖਾਈ ਕਰਾਂਗੇ। ਤਨਖਾਹ ਲੈ ਕੇ ਸਰਕਾਰ ਦੀ ਚਮਚਾਗਿਰੀ ਕਰੀ, ਹੋਰ ਕੁਝ ਨਹੀਂ ਕਰਿਆ। ਮੈਂ ਚਾਹੁੰਦਾ ਕਿ ਅਸੀਂ ਇਸ ਤਰੀਕੇ ਦੀ ਭਾਸ਼ਾ ਦਾ ਨਾ ਇਸਤੇਮਾਲ ਕਰਕੇ ਇੱਕ ਤਰੀਕੇਕਾਰ ਜਿਹੜੀ ਹੈ ਜਿਸ ਨੁਕਤੇ ਦੇ ਉੱਤੇ ਅਸੀਂ ਚਰਚਾ ਮੁਨੱਕਦ ਕੀਤੀ ਹੈ, ਆਪਾਂ ਉਸ ਵਾਲੇ ਪਾਸੇ ਅਸੀਂ ਗੱਲ ਤੋਰੀਏ। ਢਿੱਲੋਂ ਸਾਹਿਬ, ਮੇਰੀ ਆਵਾਜ਼ ਸੁਣ ਰਹੇ ਹੋ? ਹਾਂ, ਮੈਂ ਸੁਣ ਰਿਹਾ ਤੁਹਾਡੀ ਆਵਾਜ਼। ਦੇਖੋ, ਗੱਲ ਇਹ ਆ, ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਬਹੁਤ ਧੱਕੇ ਹੋਏ ਆ, ਕਨਸਟੀਟਿਊਸ਼ਨਲ ਧੱਕੇ ਹੋਏ ਆ। ਹੁਣ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ, ਕਾਵੇਰੀ ਦੇ ਇਸ਼ੂ ਦੇ ਉੱਤੇ, ਕਾਵੇਰੀ ਆ ਜਿਹੜਾ, ਉਹ 3 ਸਟੇਟਾਂ ਦਾ ਉਹਦੇ ਤੇ ਅਧਿਕਾਰ ਆ। ਕਰਨਾਟਕਾ ਦੇ ਵਿੱਚ ਓਰੀਜਨ ਕਰਦਾ, ਔਰ ਇਸੇ ਤਰੀਕੇ ਨਾਲ ਤਾਮਿਲਨਾਡੂ ਚ ਜਾਂਦਾ, ਪਾਂਡੀਚੇਰੀ ਚ ਜਾਂਦਾ, ਕੇਰਲਾ ਚ ਜਾ ਕੇ ਦੈਨ ਅਰੇਬੀਅਨ ਸੀ ਚ ਗਿਰਦਾ। 3 ਵਾਰੀ ਇੰਡੀਅਨ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਕਰਨਾਟਕਾ ਨੂੰ ਡਾਇਰੈਕਸ਼ਨ ਦਿੱਤੀ ਵੀ ਤੁਸੀਂ ਪਾਣੀ ਸ਼ੇਅਰ ਕਰੋ। ਅਖੀਰ ਕਰਨਾਟਕਾ ਨੇ ਕਹਿਤਾ ਸਾਡੇ ਕੋਲ ਤਾਂ ਪੀਣ ਦਾ ਪਾਣੀ ਹੀ ਨਹੀਂ ਹੈ, ਸ਼ੇਅਰ ਅਸੀਂ ਕੀ ਕਰ ਸਕਦੇ ਹਾਂ। ਤੋਂ ਪੰਜਾਬ ਦੇ ਕੇਸ ਦੇ ਵਿੱਚ ਹਮੇਸ਼ਾ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋਈ ਹੈ, ਸਾਡੇ ਨਾਲ ਧੱਕਾ ਹੋਇਆ, ਔਰ ਸਾਡੇ ਨਾਲ ਇਸ ਕਿਸਮ ਦਾ ਧੱਕਾ ਹੋ ਗਿਆ ਜਿਹਦੇ ਨਾਲ ਸਾਡੀ ਸਾਰੀ। ਢਿੱਲੋਂ ਸਾਹਿਬ, ਫਿਰ ਧੱਕੇ ਦਾ ਹੱਲ ਕੀ ਦੱਸ ਰਹੇ ਹੋ ਤੁਸੀਂ? ਧੱਕੇ ਦਾ ਹੱਲ ਕੀ ਹੈ? ਮੈਂ ਤੁਹਾਨੂੰ ਦੱਸਦਾ, ਉਹੀ ਦੱਸ ਰਿਹਾ ਨਾ ਜੀ। ਦੇਖੋ, ਉਸ ਚੀਜ਼ ਦੇ ਖਿਲਾਫ ਧਰਮ ਯੁੱਧ ਮੋਰਚਾ ਚੱਲਿਆ, ਜਿਹੜੀ ਕਪੂਰੀ ਮੋਰਚੇ ਤੋਂ ਚੱਲੀ ਨਾ ਸਾਰੀ ਗੱਲ, ਵੀ ਜਿਹੜੀ SYL ਆ ਉਹ ਕਪੂਰੀ ਮੋਰਚੇ ਦੇ ਉੱਤੇ ਚੱਲੀ ਵੀ ਉਹਨੂੰ SYL ਨੂੰ ਅਸੀਂ ਬੰਦ ਕਰਾਉਣਾ, ਉਹ ਗੈਰ ਵਿਧਾਨਿਕ ਆ, ਅਨਕਨਸਟੀਟਿਊਸ਼ਨਲ ਆ। ਤਾਂ ਉਸ ਤੋਂ ਬਾਅਦ ਫਿਰ ਉਹ ਜਾ ਕੇ ਕਨਵਰਟ ਕੀਤਾ ਧਰਮ ਯੁੱਧ ਮੋਰਚੇ, ਲੋਕਾਂ ਨੂੰ ਫੜਨ ਲੱਗ ਗਏ, ਲੋਕਾਂ ਨੂੰ ਅਰੈਸਟ ਕਰਨ ਲੱਗ ਗਏ, ਲੋਕਾਂ ਨਾਲ ਅਤਿਆਚਾਰ ਕਰਨ ਲੱਗ ਗਏ, ਲੋਕਾਂ ਨਾਲ ਧੱਕਾ ਕਰਨ ਲੱਗ ਗਏ, ਫਿਰ ਲਾਅ ਐਂਡ ਆਰਡਰ ਚ ਕਨਵਰਟ ਕਰਤਾ। ਕਿਉਂਕਿ ਮਤਲਬ ਹਰ ਪਹਿਲੂ ਦੇ ਉੱਤੇ ਸਿੱਖ ਗਏ, ਨੈਗੋਸ਼ੀਏਟਿੰਗ ਟੇਬਲ ਦੇ ਉੱਤੇ ਸਿੱਖ ਗਏ, ਸੁਪਰੀਮ ਕੋਰਟ ਦੇ ਵਿੱਚ। ਹੋਰ ਕੀ ਕਰ ਸਕਦੇ ਸਿੱਖ ਜੀ? ਹੋਰ ਇਸ ਤੋਂ ਵੱਧ ਕੀ ਕਰ ਸਕਦੇ ਆ? ਤਾਂ ਉਸ ਤੋਂ ਬਾਅਦ ਜਿਹੜੀ ਹਿੰਦੁਸਤਾਨ ਦੀ ਸਰਕਾਰ ਸੀ, ਇੰਦਰਾ ਗਾਂਧੀ ਸਰਕਾਰ ਸੀ, ਉਹਨੇ ਬਲੂ ਸਟਾਰ ਅਟੈਕ ਕਰ ਦਿੱਤਾ। ਉਸ ਤੋਂ ਬਾਅਦ ਅਤਿਆਚਾਰ ਕੀਤਾ, ਕਿਤਨਾ ਜ਼ੁਲਮੋ ਸਿਤਮ ਕੀਤਾ ਸਾਰੇ ਪੰਜਾਬ ਚ, ਪੰਜਾਬ ਤੋਂ ਬਾਹਰ ਸਿੱਖਾਂ ਦੇ ਨਾਲ। ਫਿਰ ਨਵੰਬਰ 84 ਚ ਕੀ ਹੋਇਆ ਸਮਝੇ? ਉਹ ਸਾਰੀ ਦੀ ਸਾਰੀ ਗੱਲ ਨੂੰ ਹਮੇਸ਼ਾ ਸਿੱਖਾਂ ਦੇ ਉੱਤੇ ਮੜੀ ਜਾਣਾ ਵੀ ਸਿੱਖ ਕਸੂਰਵਾਰ ਨਹੀਂ ਹੈ। ਸਿੱਖ ਤਾਂ ਰਿਸੀਵਿੰਗ ਐਂਡ ਤੇ ਆ। ਸਿੱਖਾਂ ਦੇ ਹੱਥ ਵਿੱਚ ਕੀ ਹੈ? ਨਾ ਸਿੱਖਾਂ ਕੋਲ ਪੋਲੀਟੀਕਲ ਪਾਵਰ, ਨਾ ਸਿੱਖਾਂ ਨੂੰ ਕਨਸਟੀਟਿਊਸ਼ਨਲ ਰਾਈਟ ਕਿਤੇ ਆ ਜਿਹੜੇ ਦੂਸਰੇ ਸੂਬਿਆਂ ਨੂੰ ਮਿਲੇ ਹੋਏ ਪਾਣੀਆਂ ਦੇ ਉੱਤੇ। ਸਾਡੀ ਪੰਜਾਬ ਸਟੇਟ ਸਬ ਸਟੇਟ ਆ। ਨਹੀਂ, ਪੰਜਾਬ ਸਟੇਟ, ਮੈਂ ਉਹੀ ਕਹਿ ਰਿਹਾ ਨਾ। ਮੈਂ ਉਸ ਤੋਂ ਪਹਿਲਾਂ ਘੱਗਾ ਸਾਹਿਬ ਦਾ ਹੀ ਜਵਾਬ ਲੈਣਾ ਚਾਹੁੰਦਾ, ਪਰ ਢਿੱਲੋਂ ਸਾਹਿਬ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਚਾਹੁੰਦਾ। ਤੁਸੀਂ ਸਾਰੀ ਗੱਲ ਕੀਤੀ, ਇਹਨਾਂ ਤੋਂ ਪੁੱਛੋ, ਹੋਰ ਫਜ਼ੂਲ ਗੱਲਾਂ ਕਰਨ ਦੀ ਇਹਦੇ ਨਾਲ ਲੋੜ ਨਹੀਂ। ਪਾਣੀ ਦੇ ਤੋਂ ਇਹਨੂੰ ਪੁੱਛੋ ਵੀ ਦੱਸ ਬੇਇਨਸਾਫੀ ਹੋਈ ਹੈ ਪੰਜਾਬ ਦੇ ਨਾਲ ਜਾਂ ਨਹੀਂ ਹੋਈ? ਘੱਗਾ ਸਾਹਿਬ ਦੱਸ ਦਿਓ ਜੀ। ਪਹਿਲੀ ਗੱਲ ਤਾਂ ਇਹ ਹੈ ਜੀ, ਪਾਣੀ ਜੇ ਉਧਰ ਹਿਮਾਚਲ ਪ੍ਰਦੇਸ਼ ਆਪਣਾ ਪਾਣੀ ਬੰਨ ਲਾ ਕੇ ਕਿਸੇ ਹੋਰ ਪਾਸੇ ਦੀ ਕੱਢ ਦੇਵੇ, ਫਿਰ ਪੰਜਾਬ ਵਾਲੇ ਕੀ ਕਰਨਗੇ? ਨੰਬਰ 1। ਤੇ ਜੇ ਅੰਡਰਗਰਾਉਂਡ ਮੋਟੀਆਂ ਵੱਡੀਆਂ ਪਾਈਪਾਂ ਲਾ ਕੇ ਜੇ ਪਾਣੀ ਦੂਜੇ ਸੂਬਿਆਂ ਨੂੰ ਭੇਜ ਦਿੱਤਾ ਜਾਵੇ, ਫਿਰ ਪੰਜਾਬ ਕੀ ਕਰੂਗਾ? ਜਿਵੇਂ ਕਿ ਅਰਬ ਮੁਲਕਾਂ ਦੇ ਵਿੱਚੋਂ ਅੰਡਰਗਰਾਉਂਡ ਤੇਲ ਹੈ ਜਿਹੜਾ ਸਾਰੀ ਦੁਨੀਆ ਨੂੰ ਸਪਲਾਈ ਹੋ ਰਿਹਾ। ਅੱਜ ਟੈਕਨੋਲੋਜੀ ਬਹੁਤ ਅੱਗੇ ਲੰਘੀ ਹੋਈ ਹੈ। ਤਾਂ ਇੱਥੇ ਯਾਦ ਰਵੇ ਤੇ ਇਹ ਜਿਹੜੇ ਦਰਿਆਵਾਂ ਦੇ ਵਿੱਚ ਪਾਣੀ ਹੁਣ ਵੀ ਵਾਧੂ ਆ ਰਿਹਾ ਹੈ, ਤੇ SYL ਦਾ ਸ਼ੋਰ ਤਾਂ ਬਹੁਤ ਮਚਿਆ ਹੈ। ਦਰਿਆਵਾਂ ਦੇ ਵਿੱਚ ਬੰਨ ਨਹੀਂ ਲਾਏ ਜਾ ਰਹੇ। ਉਹ ਪਾਣੀ ਅੱਜ ਵੀ ਚਾਹੇ ਉਹ ਪਾਕਿਸਤਾਨ ਨੂੰ ਜਾ ਰਿਹਾ ਹੈ ਜਾਂ ਦਰਿਆਵਾਂ ਦੇ ਵਿੱਚੋਂ ਦੀ ਲੰਘਦਾ ਹੋਰਨਾਂ ਸੂਬਿਆਂ ਦੇ ਵਿੱਚ ਲੰਘਦਾ ਹੋਇਆ ਬਰਬਾਦ ਹੋ ਜਾਂਦਾ ਹੈ। ਉਸ ਪਾਣੀ ਦੀ ਰੋਕ ਕੇ ਵਰਤੋਂ ਨਹੀਂ ਕੀਤੀ ਜਾ ਰਹੀ।
ਗੱਲ ਤਾਂ ਸੀ ਉਸ ਪਾਣੀ ਨੂੰ ਸਾਂਭਣ ਦੀ, ਨਾਲੇ ਤਾਂ ਉਹਦੇ ਚੋਂ ਬਿਜਲੀ ਪੈਦਾ ਹੁੰਦੀ, ਨਾਲੇ ਖੇਤਾਂ ਨੂੰ ਸਾਰੇ ਕਿਤੇ ਪਾਣੀ ਆਉਂਦਾ। ਇਹ ਕੱਲਾ ਦਰਿਆਵਾਂ ਦਾ ਪਾਣੀ ਰੋਕ ਕੇ ਪੰਜਾਬ ਦੀ ਹੀ ਬੱਲੇ ਬੱਲੇ ਨਹੀਂ ਸੀ ਹੋਣੀ, ਬਲਕਿ ਨੇੜੇ ਦੇ ਹੋਰ ਸੂਬਿਆਂ ਦੇ ਵਿੱਚ ਵੀ ਪਾਣੀ ਜਾਣਾ ਸੀ। ਇੱਧਰ ਤਾਂ ਕੋਈ ਧਿਆਨ ਦੇਣ ਨੂੰ ਤਿਆਰ ਨਹੀਂ, ਨਾ ਸਰਕਾਰ ਤੇ ਨਾ ਸਾਡੇ ਅਖੌਤੀ ਜਿਹੜੇ ਵਿਦਵਾਨ ਅਖਵਾਉਂਦੇ ਨੇ ਆਪਣੇ ਆਪ ਨੂੰ, ਨਾ ਉਹ ਬੋਲਦੇ ਨੇ। ਤੇ ਜੇ ਇਸ ਤਰ੍ਹਾਂ ਦੀਆਂ ਸਲਾਹਾਂ ਦੇਣ ਤੇ ਵੱਧ ਤੋਂ ਵੱਧ ਆਵਾਜ਼ ਬੁਲੰਦ ਕਰਨ ਤਾਂ ਇਹਨਾਂ ਰਾਹਾਂ ਤੇ ਚੱਲ ਕੇ ਰਹੀ SYL ਦੀ ਗੱਲ, SYL ਸਰਕਾਰ ਨੇ ਜਿਹੜੀ ਬਣਾਈ ਸੀ ਇੰਨੀ ਦੇਰ ਤੋਂ ਲਾ ਕੇ ਉਸੇ ਦਾ ਪਿੱਟ ਸਿਆਪਾ ਤਾਂ ਕਰੀ ਜਾਂਦੇ ਨੇ, ਪਰ ਇਹ ਕਦੀ ਨਹੀਂ ਸੋਚਦੇ ਵੀ ਉਹਨਾਂ ਦਰਿਆਵਾਂ ਦਾ ਪਾਣੀ ਤਾਂ SYL ਦੇ ਰਾਹੀਂ ਤਾਂ ਉਹ ਹਰਿਆਣੇ ਨੂੰ ਜਾਂ ਹੋਰ ਨਾ ਸੂਬੇ ਕਾਕਾ ਸਾਹਿਬ ਵੈਸੇ ਨਾ ਮੈਂ ਇਸ ਵਿਸ਼ੇ ਤੇ ਜਾਣਾ ਨਹੀਂ ਸੀ ਚਾਹੁੰਦਾ। ਢਿੱਲੋਂ ਸਾਹਿਬ ਨੇ ਗੱਲ ਛੇੜ ਲਈ ਮਸਲਾ, ਕਿਉਂਕਿ ਪਾਣੀ ਦਾ ਬਹੁਤ ਜ਼ਰੂਰੀ ਹੈ, ਪਾਣੀ ਤੋਂ ਬਿਨਾਂ ਜ਼ਿੰਦਗੀ ਸੰਭਵ ਨਹੀਂ। ਅਸੀਂ ਹੋਰਨਾਂ ਵਿਸ਼ਿਆਂ ਦੇ ਉੱਤੇ ਲੜਦੇ ਕਿ ਰਹਿ ਜਾਈਏ, ਕੌਮਾਂ ਦੀ ਗੱਲ ਮੈਂ ਕਰ ਰਿਹਾ, ਤੇ ਉਧਰ ਅਸੀਂ ਪਾਣੀ ਮੁਕਾ ਲਈਏ। ਪਾਣੀ ਸਾਂਭਣਾ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂ ਆਪ ਖੁਦ ਇਸ ਚੀਜ਼ ਦਾ ਹਮਾਇਤੀ ਹਾਂ। ਪਰ ਮੁੜ ਤੋਂ ਮੈਂ ਵਿਸ਼ੇ ਦੇ ਉੱਤੇ ਆਉਣਾ। ਢਿੱਲੋਂ ਸਾਹਿਬ ਨੇ ਬਹੁਤ ਸਾਰੇ ਤਰਕ ਦਿੱਤੇ ਆ ਕਾਕਾ ਸਾਹਿਬ। ਉਹਨਾਂ ਨੇ ਕਿਹਾ ਕਿ ਇੱਦਾਂ ਇੱਦਾਂ ਸਾਡੇ ਤੇ ਹਮਲੇ ਹੋਏ, ਸਾਨੂੰ ਇਸ ਤਰੀਕੇ ਨਾਲ ਦਬਾਇਆ ਜਾਂਦਾ ਹੈ, ਔਰ ਆਹ ਚੀਜ਼ਾਂ ਸਾਡੇ ਉੱਤੇ ਵਾਪਰੀਆਂ। ਮੈਂ ਉਹਨਾਂ ਸਾਰੀਆਂ ਗੱਲਾਂ ਦਾ ਮੈਂ ਇਹ ਪੁੱਛਦਾ ਫਿਰ ਹੱਲ ਕੀ ਹੈ? ਕੀ ਮਤਲਬ ਇਹ ਗੱਲ ਹੈ ਵੀ ਕਿ ਢਿੱਲੋਂ ਸਾਹਿਬ ਹਮਾਇਤ ਕਰ ਰਹੇ ਆ ਕਿ ਸਮੇਂ ਦੇ ਹਾਣ ਦਾ ਹੋ ਕੇ, ਸਾਨੂੰ ਸਮੇਂ ਦੇ ਅਨੁਕੂਲ ਹੋ ਕੇ ਉਸ ਤਰੀਕੇ ਦਾ ਸ਼ਸਤਰਧਾਰੀ ਹੋਣ ਦੀ ਜ਼ਰੂਰਤ ਹੈ? ਨਹੀਂ, ਮੈਂ ਕੋਈ ਇਹ ਨਹੀਂ ਕਹਿੰਦਾ ਵੀ ਸਾਨੂੰ ਕੋਈ ਵਾਇਲੈਂਸ ਕਰਨ ਦੀ ਜ਼ਰੂਰਤ ਹੈ। ਸਾਨੂੰ ਜ਼ਰੂਰਤ ਨਹੀਂ ਵਾਇਲੈਂਸ ਕਰਨ ਦੀ, ਪਰ ਸਾਨੂੰ ਆਪਣੇ ਹੱਕਾਂ ਲਈ ਸਮਰਪਿਤ ਹੋਣ ਦੀ ਜ਼ਰੂਰਤ ਹੈ, ਜ਼ਰੂਰਤ ਹੈ। ਹੁਣ ਇਹ ਦੇਖੋ ਨਾ, ਕੱਗਾ ਜੀ ਉਹਨੂੰ ਗੱਲ ਕਰੀ ਜਾਂਦੇ ਆ ਬਈ ਨੇਚਰ ਜਿਹੜੀ ਪਾਣੀ ਦੀ ਉਹ ਕੀ ਹੁੰਦੀ ਹੈ, ਰਿਵਰ ਕਿਸ ਤਰ੍ਹਾਂ ਡਿਫਾਈਨ ਹੁੰਦਾ? ਰਿਵਰ ਡਿਫਾਈਨ ਹੁੰਦਾ ਜਿਹੜੇ ਖਿੱਤੇ ਦੇ ਵਿੱਚ ਜਿਹੜੇ ਲੋਕ ਉਹਨਾਂ ਹੜ੍ਹਾਂ ਦੀ ਬਰਬਾਦੀ ਸਫਰ ਕਰਦੇ ਆ, ਉਹਨਾਂ ਲੋਕਾਂ ਨੂੰ ਹੀ ਹੈ ਰਾਈਟ ਟੂ ਟੇਕ ਦੀ ਐਡਵਾਂਟੇਜ ਆਫ ਰਿਵਰ ਵਾਟਰਸ। ਇਹਨਾਂ ਨੂੰ ਪਤਾ ਨਹੀਂ ਹੈ ਇਸ ਸਮੱਸਿਆ ਦਾ। ਇਹ ਵੈਸੇ ਹੀ ਉਧੜ ਗੁਰਦਰੀਆਂ ਛੋਟੀ ਮੋਟੀ ਜੀ ਗੱਲ ਜੀ, ਪੰਜਾਬੀ ਦੀਆਂ 2-4 ਕਿਤਾਬਾਂ ਪੜ੍ਹ ਕੇ ਆਪਣੇ ਆਪ ਨੂੰ ਪ੍ਰੋਫੈਸਰ ਕਹਿੰਦੇ ਆ, ਕਹੀ ਨਾਲ ਮੈਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦੀ। ਪਾਣੀਆਂ ਦਾ ਇੱਕ ਟੈਕਨੀਕਲ ਇਸ਼ੂ ਹੈ, ਪਾਣੀ ਦਾ ਇੱਕ ਟੈਕਨੀਕਲ ਇਸ਼ੂ ਹੈ ਜਿਸ ਨੂੰ ਸਮਝਣ ਲਈ 10-15 ਸਾਲ ਲੱਗਦੇ ਆ, ਔਰ ਇੰਡੀਅਨ ਕਨਸਟੀਟਿਊਸ਼ਨ ਨੂੰ ਦੇਖਣਾ ਪੈਂਦਾ ਹੈ। ਢਿੱਲੋਂ ਸਾਹਿਬ ਆਪਾਂ ਵਿਸ਼ੇ ਤੋਂ ਬਾਹਰ ਨਾ ਜਾਈਏ, ਮੇਰੀ ਇੱਕ ਬੇਨਤੀ ਹੈ ਢਿੱਲੋਂ ਸਾਹਿਬ, ਆਪਾਂ ਵਿਸ਼ੇ ਤੋਂ ਬਾਹਰ ਨਾ ਜਾਈਏ, ਆਪਾਂ ਵਾਰ-ਵਾਰ ਉਸ ਵਾਲੇ ਪਾਸੇ ਜਾ ਰਹੇ। ਮੈਂ ਤਾਂ ਇਹੀ ਗੱਲ ਕਹਿ ਰਿਹਾ ਵੀ ਸਾਡੇ ਨਾਲ ਸਾਰੀ ਗੱਲ ਦੇ ਉੱਤੇ ਸਾਡੇ ਨਾਲ ਧੱਕੇ ਹੋਏ ਆ। ਮੈਂ ਤਾਂ ਹੱਲ ਪੁੱਛ ਰਿਹਾ ਨਾ ਢਿੱਲੋਂ ਸਾਹਿਬ, ਉਹਦਾ ਹੱਲ ਕੀ ਹੈ? ਵੀ ਜੇ ਸਾਡੇ ਨਾਲ ਧੱਕੇ ਹੋ ਹੀ ਰਹੇ, ਹੁਣ ਤੱਕ ਹੁੰਦੇ ਰਹੇ, ਫਿਰ ਅਸੀਂ ਕੀ ਕੀਤਾ ਕੀ ਅਸੀਂ ਤੇ ਕਰਨਾ ਕੀ ਚਾਹੀਦਾ? ਸਾਨੂੰ ਇਹੀ ਚਾਹੀਦਾ ਕਿ ਅਸੀਂ ਇੱਕ ਐਸੀ ਜਥੇਬੰਦੀ ਬਣਾਈਏ ਜਿਹੜੀ ਸੁਚੇਤ ਹੋਵੇ, ਜਿਹੜੀ ਗੱਲ ਢਿੱਲੋਂ ਸਾਹਿਬ ਬਹੁਤ ਜਥੇਬੰਦੀਆਂ ਬਣੀਆਂ, ਬਾਅਦ ਦੇ ਵਿੱਚ ਉਹਨਾਂ ਦੇ ਪਰਦੇ ਚੱਕੇ ਜਾਂਦੇ ਆ, ਉਹ ਪਤਾ ਲੱਗ ਜਾਂਦਾ ਹੈ ਕਿ ਇਹ ਵਿਕ ਗਏ। ਮੈਂ ਤਾਂ ਉਸ ਲਈ ਜ਼ਿੰਮੇਵਾਰ ਨਹੀਂ ਜੇ ਕਿਸੇ ਦੇ ਪਰਦੇ ਚੱਕੇ ਜਾਂਦੇ ਆ, ਮੈਂ ਤਾਂ ਉਸ ਲਈ ਜ਼ਿੰਮੇਵਾਰ ਨਹੀਂ। ਮੈਂ ਕਿਹਾ ਵੀ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ। ਅਕਾਲੀ ਦਲ ਕੀ ਸੀ? ਅਕਾਲੀ ਦਲ ਸਿੱਖਾਂ ਦੇ ਹੱਕ ਹਕੂਕ ਦੀ ਬਾਤ ਪਾਉਣ ਵਾਲਾ ਅਕਾਲੀ ਦਲ ਸੀ। ਅੱਜ ਅਕਾਲੀ ਵਰਡ ਹੀ ਲੋਕਾਂ ਦੇ ਮਨਾਂ ਤੇ ਅਜਿਹੀ ਛਾਪ ਹੋ ਗਈ ਕਿ ਅਕਾਲੀ ਨੂੰ ਹੀ ਕਰਪਟ ਸਮਝਦੇ, ਜਦੋਂ ਕਿ ਏਡਾ ਪਵਿੱਤਰ ਸ਼ਬਦ ਹੈ ਅਕਾਲੀ ਹੋਣਾ ਹੀ ਬਹੁਤ ਵੱਡੀ ਗੱਲ ਹੈ। ਰਾਜੀਵ ਲੌਂਗੋਵਾਲ ਅਕਾਰਡ ਹੋਇਆ, ਉਹ ਇੱਕ ਬਹੁਤ ਵੱਡੀ ਓਪਰਚੁਨਿਟੀ ਸੀ, ਜਿੱਥੇ ਜੇ ਕੋਈ ਆਦਮੀ ਸੂਝਵਾਨ ਹੁੰਦਾ, ਜੇ ਕੋਈ ਆਦਮੀ ਸਮਰਪਿਤ ਹੁੰਦਾ ਪੰਜਾਬ ਨੂੰ, ਉੱਥੇ ਗੱਲ ਖੁੱਲੀ ਕੀਤੀ ਜਾ ਸਕਦੀ ਸੀ। ਲੇਕਿਨ ਉਹਨਾਂ ਨੇ ਤਾਂ ਡਾਟਡ ਲਾਈਨ ਦੇ ਉੱਤੇ ਸਾਈਨ ਕਰਕੇ ਆਪ ਹੀ ਲਿਖ ਕੇ ਦਿੱਤਾ ਵੀ ਅਸੀਂ SYL ਪਟ ਕੇ ਦੇਵਾਂਗੇ। 9ਵੀਂ ਮੱਦ ਹੈ ਉਸਦੀ, ਰਾਜੀਵ ਲੌਂਗੋਵਾਲ ਅਕਾਰਡ ਦੀ। ਉਸ ਵੇਲੇ ਕਹਿਣਾ ਚਾਹੀਦਾ ਸੀ। ਹੁਣ ਮੈਂ ਤਾਂ ਕੋਈ ਇਹੋ ਜਿਹਾ ਲੀਡਰ ਹਾਂ ਨਹੀਂ ਜਿਹੜਾ ਮੈਂ ਕਿਸੇ ਗੱਲ ਦੇ ਵਿੱਚ ਕੰਟਰੀਬਿਊਟ ਕਰ ਸਕਦਾ। ਚਲੋ ਮੈਂ ਠੀਕ ਹੈ, ਮੈਂ ਕਾਕਾ ਸਾਹਿਬ ਨੂੰ ਅਖੀਰ 'ਚ ਪੁੱਛਣਾ ਚਾਹੁੰਦਾ। ਕਾਕਾ ਸਾਹਿਬ, ਇਹ ਸਾਰਿਆਂ ਤੋਂ ਬਾਅਦ ਇਹਨਾਂ ਨੂੰ ਪੁੱਛੋ ਰਾਜੀਵ ਲੌਂਗੋਵਾਲ ਅਕਾਰਡ ਕੀ ਹੈ, ਪੁੱਛੋ, ਸਮਝੋ ਇਹਨਾਂ ਨੂੰ। ਠੀਕ ਹੈ, ਇਹਨਾਂ ਨੂੰ ਪੁੱਛੋ ਦਰਿਆ ਕੀ ਹੁੰਦਾ ਹੈ। ਦਰਿਆ ਹਿਮਾਚਲ ਦੇ ਮੈਂ ਵਿਸ਼ੇ ਤੇ ਰਹਿਣਾ ਚਾਹੁੰਦਾ ਜੀ, ਮੈਂ ਵਿਸ਼ੇ ਤੇ ਰਹਿਣਾ ਚਾਹੁੰਦਾ। ਜਿਹੜੀ ਗੱਲ ਜਥੇਦਾਰ ਸਾਹਿਬ ਨੇ ਕੀਤੀ ਹੈ, ਇਸ ਦੀ ਅਜੋਕੇ ਸਮੇਂ ਦੇ ਵਿੱਚ ਕਾਕਾ ਸਾਹਿਬ ਮਹੱਤਤਾ ਹੈ ਜਾਂ ਨਹੀਂ ਹੈ? ਹਾਂ, ਇਹ ਗੱਲ ਜੀ ਦੂਰ ਦੀ ਦੂਰ ਲੈ ਜਾਂਦੇ ਨੇ। ਜਿਹੜਾ ਮੁੱਦਾ ਅਸਲ ਪੁਆਇੰਟ ਟੂ ਦੀ ਪੁਆਇੰਟ ਗੱਲ ਕਰਨੀ ਉਹ ਨਹੀਂ ਕਰ ਰਹੇ ਹਨ। ਜਿਹੜਾ ਹਥਿਆਰ ਸਾਨੂੰ ਸਿੱਖਾਂ ਨੂੰ ਕਿਹਾ ਜਾਂਦਾ ਕੋਲੇ ਰੱਖੋ, ਇੱਧਰ JK ਵੀਰ ਜੀ ਵੀ ਕਹਿ ਕੇ ਗਏ ਨੇ ਕਿ ਹਥਿਆਰਾਂ ਦੀ ਵਰਤੋਂ ਦੀ ਤਾਂ ਮੈਂ ਹਮਾਇਤ ਨਹੀਂ ਕਰਦਾ, ਪਰ ਹਥਿਆਰ ਕੋਲੇ ਹੋਣੇ ਚਾਹੀਦੇ ਨੇ। ਤੇ ਚਿੰਨ੍ਹਾਂ ਦੇ ਨਾਲ ਸਾਡਾ ਕੁਝ ਨਹੀਂ ਸੰਵਰਨਾ, ਸਾਨੂੰ ਚੰਗੇ ਇਨਸਾਨ ਬਣਨਾ ਪੈਣਾ, ਵਿਦਵਾਨ ਬਣਨਾ ਪੈਣਾ, ਜਥੇਬੰਦਕ ਢਾਂਚਾ ਉਸਾਰਨਾ ਪੈਣਾ।
ਸਾਨੂੰ ਤਾਂ ਅੱਜ ਖੱਖੜੀਆਂ ਕਰੇਲੇ ਹੋਏ ਪਿਆ ਸਾਰਾ ਪੰਥ। ਅਕਾਲੀ ਦਲ 100 ਸਾਲ ਪੂਰੇ ਕਰਦਾ ਅੱਜ ਕਬਰਾਂ 'ਚ ਜਾ ਪਹੁੰਚਿਆ ਹੋਇਆ। ਸ਼੍ਰੋਮਣੀ ਕਮੇਟੀ ਤੇ ਅਰਬਾਂ ਖਰਬਾਂ ਰੁਪਈਆਂ ਦੇ ਘਪਲਿਆਂ ਦੇ ਰੋਜ਼ ਇਲਜ਼ਾਮ ਲੱਗਦੇ ਨੇ ਕਿ ਕਿਵੇਂ ਪੈਸੇ ਦੀ ਬਰਬਾਦੀ ਹੋ ਰਹੀ ਹੈ ਤੇ ਕਿੰਨੀਆਂ ਜਥੇਬੰਦੀਆਂ 'ਚ ਸਿੱਖ ਪੰਥ ਵੰਡਿਆ ਗਿਆ, ਕਿੰਨੇ ਸਾਧਾਂ ਦੇ ਡੇਰੇ ਤਰ੍ਹਾਂ ਦੇ ਬਣ ਚੁੱਕੇ ਹੋਏ ਨੇ, ਕਿੰਨੇ ਅਕਾਲੀ ਦਲ ਬਣ ਚੁੱਕੇ ਹੋਏ ਨੇ, ਕਿਤੇ ਸੱਚਾ ਸੌਦਾ, ਕਿਤੇ ਰਾਧਾ ਸੁਆਮੀ ਤੇ ਕਿਤੇ ਨਿਰੰਕਾਰੀ, ਕਿੰਨੀਆਂ ਤਰ੍ਹਾਂ ਦੇ ਬਖੇੜੇ ਪੈ ਚੁੱਕੇ ਹੋਏ ਨੇ। ਅੱਜ ਜਦੋਂ ਇਹਨਾਂ ਲੋਕਾਂ ਨੂੰ ਨਾਲ ਜੋੜ ਕੇ ਕੋਈ ਇਹੋ ਜਿਹਾ ਲੀਡਰ ਇਕੱਠੇ ਕਰਨ ਵਾਲਾ ਸਾਡੇ ਕੋਲੇ ਨਹੀਂ ਹੈ ਤੇ ਸਾਂਝੀ ਆਵਾਜ਼ ਨਹੀਂ ਬਣਾ ਸਕਦੇ ਤੇ ਭਾਰਤ ਸਰਕਾਰ ਤੇ ਤਾਂ ਜਿਹੜਾ ਪ੍ਰੈਸ਼ਰ ਬਣਾਉਣਾ ਹੈ। ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੇ ਵਿੱਚ ਵੀ ਚੰਗੀ ਸਰਕਾਰ ਇਦੋਂ ਪਹਿਲਾਂ ਨਹੀਂ ਬਣਾ ਸਕੇ। ਗੱਦੀਆਂ ਦਾ ਸੁੱਖ ਤਾਂ ਮਾਣਦੇ ਰਹੇ, ਪਰ ਅੱਜ ਜਿਹੜੀ ਇਹ ਸਰਕਾਰ ਆਈ ਹੈ ਅਸਲ ਦੇ ਵਿੱਚ ਇਹਨੂੰ ਜੜ੍ਹਾਂ ਤੋਂ ਹਿਲਾਉਣ ਵਾਸਤੇ ਇਹ ਸਾਰੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਅਕਾਲੀਆਂ ਤੋਂ, ਕਾਂਗਰਸੀਆਂ ਤੋਂ, ਭਾਜਪਾਈਆਂ ਤੋਂ, ਇਹਨਾਂ ਤੋਂ ਇਹ ਨਵੀਂ ਸਰਕਾਰ ਅੱਜ ਬਰਦਾਸ਼ਤ ਨਹੀਂ ਹੋ ਰਹੀ, ਹਜਮ ਨਹੀਂ ਹੋ ਰਹੀ, ਤਾਂ ਸਾਰੇ ਤੜਫੇ ਹੋਏ ਨੇ। ਚਲੋ ਮੈਂ ਚਾਹੁੰਦਾ ਕਿ ਇਸ ਤੋਂ ਬਾਅਦ ਕਿ ਅਸੀਂ ਵਿਸ਼ੇ ਤੋਂ ਭਟਕੀਏ, ਤੁਹਾਡਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਆਏ, ਸਮਾਂ ਕੱਢੇ, ਇਸ ਚਰਚਾ ਦੇ ਵਿੱਚ ਬੈਠੇ, ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਤੁਹਾਡਾ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਗੱਲਬਾਤ ਜਥੇਦਾਰ ਸਾਹਿਬ ਹੋਰਾਂ ਵੱਲੋਂ ਦਿੱਤੇ ਗਏ ਸੰਦੇਸ਼ ਦੇ ਨਾਂ ਕੌਮ ਦੇ ਵਿੱਚ ਜਿਹੜਾ ਬਿਆਨ, ਹਥਿਆਰਾਂ ਨੂੰ ਜਿਹੜਾ ਉਹਨਾਂ ਨੇ ਜਿਸ ਤਰੀਕੇ ਦੇ ਉਸ ਮੁਤਲਕ ਜਿਹੜਾ ਬਿਆਨ ਦਿੱਤਾ ਹੈ ਕਿ ਕਿਰਪਾਨ ਜਿਹੜੀ ਹੈ ਉਹ ਜਿਹੜਾ ਸਿੱਖ ਹੈ ਉਹਨੂੰ ਰੱਖਣੀ ਜ਼ਰੂਰੀ ਹੈ। ਸੋ ਉਸ ਵਿਸ਼ੇ ਦੇ ਉੱਤੇ ਜਿਹੜੀ ਚਰਚਾ ਕੀਤੀ ਹੈ, ਉਹਨਾਂ ਦੇ ਵੱਖੋ ਵੱਖਰੇ ਬੁੱਧੀਜੀਵੀਆਂ ਦੇ ਇਹਦੇ ਉੱਤੇ ਬਿਆਨ ਟਿੱਪਣੀਆਂ ਤੁਸੀਂ ਸੁਣਿਆ। ਔਰ ਸਪੋਕਸਮੈਨ ਡਿਬੇਟ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਫਿਰ ਕਿਸੇ ਵਿਸ਼ੇ ਤੇ ਚਰਚਾ ਮੁਨੱਕਦ ਕਰਾਂਗੇ। ਉਦੋਂ ਤੱਕ ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।